ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਔਰ ਆਨਲਾਈਨ ਮੀਡੀਆ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਜਾਂ ਡਰਾਈਵਿੰਗ ਕਰਦਿਆਂ ਹੋਇਆਂ ਕੁਝ ਸਰੀਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇਹ ਵਿਚਾਰ ਸਰਵਣ ਕਰਦੇ ਨੇ ਤੇ ਹਜ਼ੂਰ ਦਾ ਬਚਨ ਹਾਥ ਪਾਮ ਕਰ ਕਾਮ ਸਭ ਚੇਤ ਨਿਰੰਜਨ ਨਾਲ ਦੇ ਮਹਾਵਾਕ ਅਨੁਸਾਰ ਅੱਜ ਦਾ ਜੋ ਇਲਾਹੀ ਫਰਮਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਸ਼ਹੀਦਾਂ ਦੇ ਸਰਤਾਜ ਮਾਨਵਤਾ ਦੇ ਰਹਿਬਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰਬੰਦ ਤੋਂ ਉਚਾਰਨ ਕੀਤਾ ਹੋਇਆ। ਧਨਾਸਰੀ ਰਾਗ ਦੇ ਅੰਦਰ ਦਰਜ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 675 ਤੋਂ ਆਰੰਭ ਹੋ ਕੇ 76 ਉੱਤੇ ਸਮਾਪਤੀ ਹੁੰਦੀ ਹੈ। ਇਸ ਸ਼ਬਦ ਦੇ ਅੰਦਰ ਹਜ਼ੂਰ ਨੇ ਸਾਨੂੰ ਸਾਰਿਆਂ ਨੂੰ ਸਾਧੂ ਦੀ ਸੰਗਤ ਕਰਨ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਾਰੀ ਧਰਤੀ ਨੂੰ ਪਾਲਣ ਵਾਲਾ ਹੈ ਉਹਦਾ ਭਜਨ ਕਰਨ ਦੇ ਲਈ, ਉਹਦੀ ਬੰਦਗੀ ਕਰਨ ਦੇ ਲਈ ਹਜ਼ੂਰ ਨੇ ਪ੍ਰੇਰਨਾ ਕੀਤੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਯਤਨ ਕਾਟ ਕਲ ਕਾਲ ਕਿ ਭਾਈ ਸੰਸਾਰ ਦੀ ਜੋ ਮਾਇਆ ਹੈ, ਮਾਇਆ ਦੀ ਅਟੈਚਮੈਂਟ ਹੈ, ਅਗਿਆਨਤਾ ਹੈ, ਬੰਦੇ ਦੀਆਂ ਬੁਰਾਈਆਂ ਨੇ, ਹੋਰ ਕਿਸੇ ਵੀ ਢੰਗ ਦੇ ਨਾਲ ਇਹਨਾਂ 'ਤੇ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਕੇਵਲ ਇੱਕੋ ਹੀ ਢੰਗ ਹੈ ਕਿ ਸਾਧੂ ਜਿਹੜਾ ਪੂਰਨ ਰੱਬ ਦੇ ਨਾਲ ਮਿਲਿਆ ਹੋਇਆ ਮਹਾਂਪੁਰਸ਼ ਹੈ, ਇੱਥੇ ਜਿਹੜੇ ਸਾਧੂ ਦੀ ਗੱਲ ਚੱਲ ਰਹੀ ਹੈ ਉਹ ਗੁਰੂ ਹੈ। ਉਹਦੇ ਚਰਨਾਂ ਦੇ ਨਾਲ ਜੁੜ ਕੇ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰੋ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਸੰਗਤ ਕਰਨ ਦੀ ਵਡਿਆਈ ਨੂੰ ਦਰਸਾਉਂਦਿਆਂ ਹੋਇਆਂ ਇਹ ਜ਼ਿਕਰ ਕੀਤਾ ਹੈ ਕਿ ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਈ। ਕਿ ਜਿੰਨੀ ਵੀ ਮੇਰੀ ਸਪਿਰਿਚੁਅਲ ਲਾਈਫ ਦੀ ਰਿਸਰਚ ਹੈ, ਇਹ ਖੋਜ ਇਹ ਗੱਲ ਕਹਿੰਦੀ ਵੀ ਸੰਗਤ ਤੋਂ ਬਿਨਾਂ ਕੋਈ ਵੀ ਤਰਿਆ ਨਹੀਂ। ਵੈਸੇ ਬੰਦਾ ਕਿਉਂਕਿ ਸੋਸ਼ਲ ਐਨੀਮਲ ਹੋਣ ਕਰਕੇ ਸਭ ਤੋਂ ਜ਼ਿਆਦਾ ਬੰਦੇ ਨੂੰ ਸੰਗਤ ਕਰਨ ਦੀ ਲੋੜ ਪੈਂਦੀ। ਕੁਝ ਵੀ ਸਿੱਖਣਾ ਹੋਵੇ, ਐਜੂਕੇਸ਼ਨ ਅਸੀਂ ਹਾਸਲ ਕਰਨੀ ਹੈ, ਕਿਸੇ ਵੀ ਜ਼ਿੰਦਗੀ ਦੇ ਫੀਲਡ ਦੇ ਵਿੱਚ ਕੋਈ ਡਾਕਟਰ ਹੈ, ਇੰਜੀਨੀਅਰ ਹੈ, ਐਡਵੋਕੇਟ ਹੈ ਜਾਂ ਕੋਈ ਵੀ ਮੰਜ਼ਿਲ ਹੈ, ਸਭ ਤੋਂ ਲੰਮਾ ਸਮਾਂ ਬੰਦਾ ਆਪਣੀ ਸਿੱਖਿਆ ਦੇ ਵਿੱਚ ਗੁਜ਼ਾਰਦਾ ਹੈ। ਦੂਸਰੇ ਜਾਨਵਰ, ਕਿਸੇ ਜਾਨਵਰ ਦੇ ਵਿੱਚ ਇੰਨਾ ਲੰਮਾ ਸਮਾਂ 15-20 ਸਾਲ ਕੇਵਲ ਸਿੱਖਣ ਦੇ ਵਿੱਚ, ਐਜੂਕੇਸ਼ਨ ਲੈਣ ਦੇ ਵਿੱਚ ਕੋਈ ਜਾਨਵਰ ਨਹੀਂ ਬਤੀਤ ਕਰਦਾ। ਉਹਦਾ ਕਾਰਨ ਹੈ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਹਿਊਮਨਸ ਨੇ ਜਿਹੜਾ ਕੋਗਨੀਟਿਵ ਰੈਵੋਲਿਊਸ਼ਨ ਆਇਆ, ਜਦੋਂ ਬ੍ਰੇਨ ਵੱਖਰੇ ਢੰਗ ਦੇ ਨਾਲ ਸੋਚਣਾ ਸ਼ੁਰੂ ਕੀਤਾ 70,000 ਸਾਲ ਪਹਿਲਾਂ,
ਤੇ ਲਗਾਤਾਰ ਬੰਦਾ ਸੋਚਦਾ ਆ ਰਿਹਾ, ਨਵੀਂ ਨਵੀਂ ਇਨਵੈਂਸ਼ਨ ਪੈਦਾ ਹੁੰਦੀ ਹੈ। ਔਰ ਹਾਲਾਂਕਿ ਬੰਦੇ ਕੋਲ ਜਿਹੜਾ ਲਿਖਤੀ ਹੈ, ਹਿਸਟਰੀ ਹੈ, ਉਹ ਕੇਵਲ 5,500 ਸਾਲਾਂ ਦੀ, ਉਸ ਤੋਂ ਪਹਿਲਾਂ ਦੀ ਨਹੀਂ। ਤੇ ਉਹਦੇ ਵਿੱਚ ਵੀ ਜਿਹੜਾ 5,000 ਸਾਲਾਂ ਦੇ ਵਿੱਚ ਬੰਦੇ ਨੇ ਜਿੰਨਾ ਸਿੱਖਿਆ, ਪਿਛਲੇ 400 ਸਾਲਾਂ ਦੇ ਵਿੱਚ ਰੈਵੋਲੂਸ਼ਨ ਆਇਆ। ਤੇ ਇਨਫੋਰਮੇਸ਼ਨ ਤੇ ਗਿਆਨ ਇੰਨਾ ਜਿਹੜਾ ਪਿਛਲੇ 50 ਸਾਲਾਂ ਦੇ ਵਿੱਚ ਆਇਆ, ਇਹ ਪਿਛਲੀਆਂ ਕਈ ਪੀੜ੍ਹੀਆਂ ਲੱਗ ਕੇ, ਜਿਸ ਕਰਕੇ ਇੰਨੀ ਇਨਫੋਰਮੇਸ਼ਨ ਗੈਦਰ ਹੋ ਗਈ ਹੈ ਕਿ ਬੰਦੇ ਨੂੰ ਉਹਨੂੰ ਹੀ ਸਿੱਖਣ ਦੇ ਲਈ ਲੰਮਾ ਸਮਾਂ ਐਜੂਕੇਸ਼ਨ ਦੇ ਵਿੱਚ ਬਤੀਤ ਕਰਨਾ ਪੈਂਦਾ। ਤੇ ਸੱਚ ਹੈ, ਬੰਦੇ ਦਾ ਮਨ ਜਿਹੜਾ ਹੈ, ਕਿਉਂਕਿ ਸੌਫਟਵੇਅਰ ਤੇ ਸਾਰਾ ਐਜੂਕੇਸ਼ਨ ਦੇ ਰਾਹੀਂ ਹੀ ਅੰਦਰ ਜਾਣਾ, ਸਰੀਰ ਨੇ ਉਸੇ ਤਰੀਕੇ ਦੇ ਨਾਲ ਐਕਟ ਕਰਨਾ। ਬੰਦਾ ਅਸਲ ਦੇ ਵਿੱਚ ਆਪਣੇ ਆਲੇ ਦੁਆਲੇ ਦਾ, ਸੰਗਤ ਦਾ ਬੜਾ ਵੱਡਾ ਪ੍ਰਭਾਵ ਕਬੂਲ ਕਰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਐਗਜ਼ਾਮਪਲਸ ਦਿੱਤੀਆਂ ਨੇ ਕਿ ਪਾਣੀ ਕੁਝ ਹੁੰਦਾ ਹੈ, ਸਰੀਰ ਨੂੰ ਰੋਗ ਲੱਗ ਸਕਦਾ ਹੈ, ਕੁਝ ਰੋਗ ਖਤਮ ਕਰ ਸਕਦਾ ਹੈ। ਹਵਾ ਹੈ, ਜੇ ਪੋਲਿਊਟਡ ਹੋਵੇ ਰੋਗ ਲਾ ਸਕਦੀ ਹੈ, ਤੇ ਜੇ ਠੀਕ ਹੋਵੇ ਰੋਗ ਮਿਟਾ ਵੀ ਸਕਦੀ ਹੈ। ਇਸੇ ਤਰ੍ਹਾਂ ਅੱਗ ਹੈ, ਘਰ ਨੂੰ ਸਾੜ ਵੀ ਸਕਦੀ ਹੈ, ਤੇ ਘਰ ਦੇ ਵਿੱਚ ਅਸੀਂ ਉਹਦੀ ਵਰਤੋਂ ਕਰਕੇ ਬੰਦਾ ਸਾਰੇ ਕੰਮ ਵੀ ਉਹਦੇ ਕੋਲੋਂ ਲੈਂਦਾ, ਹੀਟ ਕੋਲੋਂ। ਇਸੇ ਤਰ੍ਹਾਂ ਸੰਗਤ ਹੈ, ਕਈ ਵਾਰੀ ਬੰਦੇ ਦਾ ਪੂਰਾ ਜੀਵਨ ਵੀ ਗਲਤ ਵਿਚਾਰਾਂ ਦੀ ਕੀਤੀ ਹੋਈ ਸੰਗਤ ਬਰਬਾਦ ਕਰ ਦਿੰਦੀ ਹੈ। ਤੇ ਚੰਗੇ ਵਿਚਾਰਾਂ ਦੀ, ਚੰਗਿਆਂ ਦੀ ਸੰਗਤ ਕਰਕੇ ਬੰਦੇ ਦਾ ਭਲਾ ਵੀ ਹੋ ਜਾਂਦਾ, ਉਹਦੇ 'ਚ ਆਊਟਪੁੱਟ ਹੋਰ ਵੱਧ ਜਾਂਦੀ ਹੈ। ਜਿੰਨੀ ਵੀ ਲਾਈਫ ਦੇ ਵਿੱਚ ਅਸੀਂ ਪ੍ਰਾਪਤੀ ਕਰਦੇ ਹਾਂ ਨਾ, ਇਹ ਡਿਪੈਂਡ ਕਰਦਾ ਵੀ ਬੰਦੇ ਕੋਲ ਅਕਲ ਕਿੰਨੀ, ਤੇ ਉਹਦੀ ਅਕਲ ਦੇ ਨਾਲ ਬੰਦੇ ਨੇ ਕਿੰਨੇ ਸਟੈਪ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਲਏ ਨੇ। ਤੇ ਇਨਡਾਇਰੈਕਟ ਤਰੀਕੇ ਦੇ ਨਾਲ ਇਸ ਤਰ੍ਹਾਂ ਕਹਿ ਲਓ ਵੀ ਜਿਵੇਂ ਦੀ ਕਿਸੇ ਦੀ ਸੰਗਤ ਹੁੰਦੀ ਨਾ, ਉਨਾ ਕੀ ਉੱਚਾ ਜਾ ਸਕਦਾ ਆਪਣੀ ਲਾਈਫ 'ਚ। ਵੈਸੇ ਇਨਟ ਡਿਜ਼ਾਇਰ ਹੈ ਬੰਦੇ ਦੀ, ਜਨਮਾਂਦਰੂ ਹੀ ਬੰਦਾ ਕਿਸੇ ਨਾ ਕਿਸੇ ਨਾਲ ਜਿਹੜਾ ਸੈਂਸ ਆਫ ਬਿਲੋਂਗਿੰਗ ਹੋਣ ਕਰਕੇ ਬਿਲੋਂਗ ਕਰਦਾ, ਕਿਸੇ ਨਾ ਕਿਸੇ ਪਰਿਵਾਰ ਦੇ ਵਿੱਚ, ਧੜੇ ਦੇ ਵਿੱਚ ਜਾਂ ਸੰਗਤ ਦੇ ਵਿੱਚ ਬੰਦਾ ਰਹਿੰਦਾ ਹੈ, ਵਿਚਾਰਾਂ ਦੀ ਸੰਗਤ ਦੇ ਵਿੱਚ। ਤੇ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਜੇ ਸਾਡਾ ਆਲਾ ਦੁਆਲਾ ਜਿਹਦੇ 'ਚ ਡਿਸਿਪਲਿਨ ਨਾ ਹੋਵੇ, ਕਾਨੂੰਨ ਨੂੰ ਤੋੜਨ ਦੀ ਆਮ ਕਰਕੇ ਖੁੱਲ੍ਹ ਹੋਵੇ, ਤੇ ਜੋ ਮਰਜ਼ੀ ਆਪਣੀ ਮਰਜ਼ੀ ਦੇ ਮੁਤਾਬਕ ਕਰਨ ਦੀ ਆਦਤ ਹੋਵੇ, ਤੇ ਬੰਦਾ ਵੀ ਉਸੇ ਤਰ੍ਹਾਂ ਹੀ ਸਿੱਖ ਜਾਂਦਾ। ਅੱਜ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ, ਪਿੱਛੇ ਜੇ ਸਾਰੇ ਦੇਸ਼ਾਂ ਦੇ ਸਰਵੇ ਕਰਦਿਆਂ ਹੋਇਆਂ ਨਾ, ਹਿੰਦੁਸਤਾਨ ਨੂੰ, ਇੰਡੀਆ ਨੂੰ ਖਾਸ ਕਰਕੇ ਸੌਫਟ ਸਟੇਟ ਦਾ ਦਰਜਾ ਦਿੱਤਾ ਗਿਆ। ਸੌਫਟ ਸਟੇਟ ਦਾ ਮਤਲਬ ਇੱਥੇ ਇਹ ਵੇ ਵੀ ਜਦੋਂ ਬੰਦਾ ਕਾਨੂੰਨ ਦੀ ਉਲੰਘਣਾ ਕਰਦਾ ਹੈ ਨਾ, ਆਮ ਸੌਰੀ, ਤੇ ਉਲੰਘਣਾ ਕਰਦਿਆਂ ਕਾਨੂੰਨ ਤੋੜਨ ਦੀ ਉਹਨੂੰ ਘੱਟ ਸਜ਼ਾ ਮਿਲਦੀ ਹੈ, ਆਮ ਕਰਕੇ ਇਜਾਜ਼ਤ ਹੁੰਦੀ। ਤੁਸੀਂ ਜਾ ਕੇ ਵੇਖੋ ਫਿਰ ਟ੍ਰੈਫਿਕ ਦੇ ਵਿੱਚ ਕੋਈ ਬੰਦਾ ਨਿਯਮ ਨਹੀਂ ਫਾਲੋ ਕਰ ਰਿਹਾ, ਜਿੱਧਰੋਂ ਮਰਜ਼ੀ ਲੰਘੀ ਜਾ ਰਿਹਾ ਹੈ। ਤੇ ਕਈ ਵਾਰੀ ਇਸ ਤਰ੍ਹਾਂ ਵਾਪਰਦਾ ਹੈ, ਜਿੱਥੇ ਨਿਯਮ ਜ਼ਿਆਦਾ ਫਾਲੋ ਕੀਤੇ ਜਾਂਦੇ ਨੇ, ਉੱਥੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਟਿਕਟ ਮਿਲੇਗੀ, ਇੱਥੇ ਜਿਹੜਾ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲ ਸਕਦਾ, ਉਦੋਂ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ। ਸੇਮ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵੀ, ਬਾਣੀ ਦੇ ਵਿੱਚ ਸਾਨੂੰ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਗੁਰੂ ਸਾਹਿਬ ਕੋਲੋਂ ਸਿੱਖ ਸਕੀਏ ਕਿਵੇਂ ਬਤੀਤ ਕਰਨੀ ਹੈ। ਹੁਣ ਸੰਗਤ ਦੇ ਵੱਖ-ਵੱਖ ਪੜਾਅ ਨੇ ਸਾਡੇ ਕੋਲ, ਜਿਵੇਂ ਐਜ਼ ਅ ਸਿੱਖ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਜਾਂ ਰੋਜ਼ਾਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ, ਬਾਣੀ ਗੁਰਮੁਖੀ ਦੇ ਵਿੱਚ ਪੋਇਟਿਕ ਲੈਂਗੁਏਜ ਦੇ ਵਿੱਚ ਲਿਖੀ ਗਈ ਹੈ, ਜਿਹਦੇ ਕਰਕੇ ਆਮ ਕਈ ਵਾਰੀ ਸਰੀਰਾਂ ਨੂੰ ਸਮਝ ਨਹੀਂ ਆਉਂਦੀ। ਇੱਕ ਤੇ ਮਿਡੀਵਲ ਇਰਾ ਦੀ ਲੈਂਗੁਏਜ ਹੋਣ ਕਰਕੇ, ਦੂਸਰਾ ਸਾਡਾ ਆਪ ਤਵੱਜੋ ਨਾ ਦੇਣ ਕਰਕੇ ਸਾਨੂੰ ਬਾਣੀ ਦੀ ਡੀਪਲੀ ਜਿਹੜੀ ਫਿਲੋਸਫੀ ਜਾਂ ਉਹਦੇ ਕੰਸੈਪਟ ਪਤਾ ਨਹੀਂ ਹੁੰਦੇ। ਤੇ ਜਿਹੜੀ ਅਸੀਂ ਸੰਗਤ ਕਰ ਰਹੇ ਹਾਂ ਨਾ, ਕਿੱਥੇ ਕਿੱਥੇ ਵੀ ਸੰਗਤ ਕਰਦੇ ਹਾਂ, ਅਸਲ ਦੇ ਵਿੱਚ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਕਰਦਿਆਂ ਕਰਦਿਆਂ ਕੀ ਵਾਪਰਦਾ ਹੈ,
ਜਦੋਂ ਵੀ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜੋ ਮੈਸੇਜ ਦਿੱਤਾ ਹੈ, ਸੇਮ ਉਸ ਲੈਵਲ ਦੇ ਉੱਤੇ ਜਾ ਕੇ ਸੋਚਣਾ ਵੀ ਗੁਰੂ ਸਾਹਿਬ ਜੀ ਨੇ ਹਜ਼ੂਰ ਕੀ ਕਹਿਣਾ ਚਾਹੁੰਦੇ ਨੇ ਸ਼ਬਦ ਦੇ ਵਿੱਚ, ਇਹ ਬਹੁਤ ਔਖਾ ਹੈ ਤੇ ਕਈ ਹਾਲਤਾਂ ਦੇ ਵਿੱਚ ਪੂਰਨ ਤੌਰ ਤੇ ਸੰਭਵ ਨਹੀਂ ਲੱਗਦਾ। ਉਹਦਾ ਕਾਰਨ ਹੈ ਕਿ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ ਸੋਏ। ਜਿੰਨੀ ਸੁਰਤ ਗੁਰੂ ਨਾਨਕ ਸਾਹਿਬ ਦੀ ਉੱਚੀ ਹੈ, ਉਨੀ ਕੋਈ ਉੱਚੀ ਸੁਰਤ ਹੋਵੇ ਤਾਂ ਉਸ ਸ਼ਬਦ ਦੀ ਸਹੀ ਜਿਹੜੀ ਡੈਫੀਨੇਸ਼ਨ ਉਸੇ ਤਰੀਕੇ ਨਾਲ 100% ਪਹੁੰਚ ਸਕਦੀ। ਇਸ ਤਰ੍ਹਾਂ ਵੈਸੇ ਸਾਰੇ ਫੀਲਡ ਦੇ ਵਿੱਚ ਵਾਪਰਦਾ। ਜਦੋਂ ਕੋਈ ਫਾਊਂਡਰ ਕਿਸੇ ਵੀ ਇੰਸਟੀਟਿਊਸ਼ਨ ਦੀ ਨੀਂਹ ਰੱਖਣ ਵਾਲਾ ਫਿਜ਼ੀਕਲੀ ਜਿਹੜਾ ਚਲਾ ਜਾਏ ਦੁਨੀਆ ਤੋਂ, ਜਾਂ ਫਿਜ਼ੀਕਲੀ ਨਾ ਅਵੇਲੇਬਲ ਹੋਵੇ, ਤੇ ਉਹਦੀਆਂ ਕਈ ਵਿਆਖਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। 2-3 ਐਗਜ਼ਾਮਪਲਸ ਨੇ, ਤੁਸੀਂ ਪੜ੍ਹੇ ਲਿਖੇ ਬੈਠੇ ਹੋ। ਜਿਵੇਂ ਲੈਨਿਨ ਮਾਰਕਸ ਨੇ ਕਮਿਊਨਿਜ਼ਮ ਦਾ ਜਿਹੜੇ ਅਸੂਲ ਕੁਝ ਦਿੱਤੇ ਨੇ, ਮਾਡਲ ਦਿੱਤੇ ਨੇ, ਪਰ ਅੱਜ ਕਮਿਊਨਿਜ਼ਮ ਇੱਕ ਨਹੀਂ ਹੈ, ਉਹਦੇ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਨੇ ਮਾਡਲ ਅਪਣਾ ਲਏ ਨੇ। ਇੱਕ ਚਾਈਨਾ ਦੇ ਕੋਲ ਹੈ, ਇੱਕ ਰਸ਼ੀਆ ਨੇ ਮਾਡਲ ਅਪਣਾਇਆ ਹੋਇਆ, ਇੱਕ ਇਸੇ ਤਰ੍ਹਾਂ ਜਿਹੜਾ ਮਾਡਲ ਹੈ ਕਿਊਬਾ ਦਾ ਹੈ, ਇੱਕ ਨਾਰਥ ਕੋਰੀਆ, ਹੋਰ ਕਮਿਊਨਿਸਟ ਕੰਟਰੀ ਨੇ ਉਹਨਾਂ ਨੇ ਅਪਣਾਇਆ ਹੋਇਆ। ਇਸੇ ਤਰ੍ਹਾਂ ਜਿਵੇਂ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ, ਇੱਕ ਸ਼ਬਦ ਹੈ ਸੈਕੂਲਰ, ਤੇ ਸੈਕੂਲਰਿਜ਼ਮ ਇੱਕ ਅਮਰੀਕਾ ਨੇ ਅਪਣਾਇਆ ਹੋਇਆ, ਇੱਕ ਫਰਾਂਸ ਦਾ ਢਾਂਚਾ ਹੈ ਜਿਹਦੇ 'ਚ ਕਾਨੂੰਨ ਵੀ ਉਹਨਾਂ ਨੇ ਇੱਥੋਂ ਤੱਕ ਵੀ ਨਾ ਕੋਈ ਬੁਰਕਾ ਪਾ ਸਕਦਾ, ਆਪਣੇ ਧਰਮ ਦਾ ਕੋਈ ਵੀ ਚਿੰਨ੍ਹ ਨਹੀਂ, ਇੱਥੋਂ ਤੱਕ ਵੀ ਪੱਗ ਵੀ ਨਹੀਂ ਬੰਨ੍ਹਣ ਦਿੰਦੇ, ਤੇ ਉਹਨਾਂ ਦਾ ਜਿਹੜਾ ਵੱਖਰਾ ਸੈਕੂਲਰਿਜ਼ਮ ਹੈ। ਇਸੇ ਤਰ੍ਹਾਂ ਇੱਕ ਮਾਡਲ ਇੰਡੀਆ ਦਾ ਮਾਡਲ ਹੈ, ਜਿਹਦੇ ਵਿੱਚ ਉੱਥੋਂ ਦੀ ਗੌਰਮੈਂਟ ਕਹਿੰਦੀ ਵੀ ਅਸੀਂ ਮਾਈਨੋਰਿਟੀਜ਼ ਦੇ ਉੱਤੇ ਪੈਸਾ ਖਰਚ ਕਰਦੇ ਹਾਂ, ਜਿਵੇਂ ਸਕੂਲ, ਕਾਲਜ, ਹੱਜ ਵਾਸਤੇ ਕੁਝ ਪੈਸਾ ਦਿੱਤਾ ਜਾਂਦਾ, ਤੇ ਇਸ ਕਰਕੇ ਧਰਮਾਂ ਨੂੰ ਜੇ ਐਬਸੋਲਿਊਟ ਫਰੀਡਮ ਨਹੀਂ ਦਿੱਤੀ ਜਾਂਦੀ ਉੱਥੇ। ਉਹਨਾਂ ਦਾ ਵਿਸ਼ਵਾਸ ਹੈ ਵੀ ਜੇ ਐਬਸੋਲਿਊਟ ਫਰੀਡਮ ਦਾਂਗੇ ਕੁਝ ਨਾ ਕੁਝ ਹੋ ਜਾਏਗਾ, ਤੇ ਉਹਨਾਂ ਦਾ ਮਾਡਲ ਜਿਹੜਾ ਵੱਖਰਾ ਹੈ। ਜਿਵੇਂ ਅਸੀਂ ਫੈਡਰਲ ਕਹਿੰਦੇ ਹਾਂ, ਅਮਰੀਕਾ ਦਾ ਮਾਡਲ ਜਿਹੜਾ ਫੈਡਰਲ ਹੈ, ਕਮਿੰਗ ਟੂਗੈਦਰ, ਇਹ ਸਾਰੇ ਸਟੇਟਸ ਨੇ ਆਪ ਫੈਸਲਾ ਲਿਆ ਹੋਇਆ ਇਕੱਠੇ ਰਹਿਣ ਦਾ। ਤੇ ਜਿਹੜਾ ਇੰਡੀਆ ਦਾ ਹੋਲਡਿੰਗ ਟੂਗੈਦਰ ਹੈ, ਜਿਸ ਕਰਕੇ ਤੁਸੀਂ ਵੇਖੋ ਦੇਸ਼ ਆਜ਼ਾਦ ਤੋਂ ਬਾਅਦ ਭਾਸ਼ਾ ਦੇ ਨਾਂ 'ਤੇ ਬੜੀ ਜਿਹੜੀਆਂ ਸਟ੍ਰਾਈਕਸ ਹੋਈਆਂ ਸੀ, ਲੋਕ ਹਰ ਦੂਸਰੇ ਤੇਲੰਗਾਨਾ ਵਗੈਰਾ ਲੋਕਾਂ ਨੂੰ ਕਾਫੀ ਜਿਹੜਾ ਇਹੋ ਜਿਹੇ ਦੌਰ 'ਚੋਂ ਨਿਕਲਣਾ ਪਿਆ ਜਿੱਥੇ ਉਹਨਾਂ ਨੂੰ ਆਪਣੀ ਆਟੋਨਮੀ ਨਹੀਂ ਸੀ, ਵੀ ਭਾਸ਼ਾ ਦੇ ਨਾਂ 'ਤੇ ਸੂਬੇ ਬਣਾਉਣ ਦੇ ਖਿਲਾਫ ਸੀ ਸੈਂਟਰ ਗੌਰਮੈਂਟ। ਉਹਨਾਂ ਨੂੰ ਲੱਗਦਾ ਸੀ ਵੀ ਜੇ ਭਾਸ਼ਾ ਨੂੰ ਪ੍ਰੈਫਰੈਂਸ ਦਿੱਤੀ ਜਾਏ ਤੇ ਇਨ ਫਿਊਚਰ ਦੇਸ਼ ਟੁਕੜੇ ਹੋ ਸਕਦਾ, ਤੇ ਲੋਕ ਬੜੇ ਮਰੇ। ਕਹਿਣ ਦਾ ਮਤਲਬ ਉਹਨਾਂ ਨੇ ਧੱਕੇ ਨਾਲ ਉਹਨਾਂ ਨੂੰ ਜਿਹੜਾ ਪੂਰੇ ਰਾਈਟ ਸਟੇਟਸ ਨੂੰ ਨਾ ਦੇ ਕੇ ਜਿਹੜਾ ਹੋਲਡਿੰਗ ਟੂਗੈਦਰ ਜਿਹੜਾ ਰੱਖਿਆ ਹੋਇਆ। ਸੇਮ ਇਸੇ ਤਰ੍ਹਾਂ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਛਕਾਇਆ, ਏਕ ਪਿਤਾ ਏਕ ਸਕੇ ਹਮ ਬਾਰਕ, ਅਕਾਲ ਪੁਰਖ ਨੂੰ ਤੇ ਅਸੀਂ ਸਮਝਣਾ ਹੀ ਹੈ, ਪਰ ਅਸੀਂ ਜਦੋਂ ਇੱਕ ਕੌਮ ਨੂੰ, ਖਾਸ ਕਰਕੇ ਸਿੱਖੀਜ਼ਮ ਨੂੰ ਜੁਆਇਨ ਕਰਦੇ ਹਾਂ ਅੰਮ੍ਰਿਤ ਛਕ ਕੇ, ਤੇ ਉਦੋਂ ਵੀ ਸਾਨੂੰ ਹੁਕਮ ਸੀ ਵੀ ਇੱਕ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪਿਤਾ ਨੇ, ਮਾਤਾ ਸਾਹਿਬ ਕੌਰ ਜੀ ਤੁਹਾਡੇ ਮਾਤਾ ਨੇ। ਪਰ ਅੱਜ ਤੁਸੀਂ ਵੇਖੋ ਪੰਥ ਦੇ ਵਿੱਚ ਨਾ ਵੱਖ-ਵੱਖ ਸੰਪਰਦਾਵਾਂ ਨੇ, ਜਿਹਨੂੰ ਆਪਣੇ ਆਪਣੇ ਢੰਗ ਨਾਲ, ਇੱਕ ਮਾਡਲ ਸਿੱਖੀ ਦੇ ਕਈ ਮਾਡਲ ਨੇ, ਇੱਕ ਟਕਸਾਲੀ ਵੀਰ ਨੇ, ਇੱਕ ਅਖੰਡ ਕੀਰਤਨੀ ਵੀਰ ਨੇ, ਇੱਕ ਸ਼੍ਰੋਮਣੀ ਕਮੇਟੀ ਹੈ, ਫਿਰ ਨਿਹੰਗ ਸਿੰਘ ਜਥੇਬੰਦੀਆਂ ਨੇ, ਹੋਰ ਬਹੁਤ ਸਾਰੇ ਸਾਧ ਸੰਤ ਨੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਮਰਿਆਦਾਵਾਂ ਨੇ, ਮਿਸ਼ਨਰੀ ਵੀਰ ਨੇ, ਸ਼੍ਰੋਮਣੀ ਕਮੇਟੀ ਹੈ। ਇਹ ਵੱਖ-ਵੱਖ ਜਿਹੜੇ ਮਾਡਲ ਨੇ, ਜਿਵੇਂ ਅਸਲ ਦੇ ਵਿੱਚ ਕਮਿਊਨਿਜ਼ਮ ਦੇ ਮਾਡਲ ਨੇ, ਫੈਡਰਲਿਜ਼ਮ ਦੇ ਮਾਡਲ ਨੇ, ਜਾਂ ਸੈਕੂਲਰਿਜ਼ਮ ਦੇ ਵੱਖ-ਵੱਖ ਮਾਡਲ ਨੇ। ਤੇ ਜਦੋਂ ਕੋਈ ਨਵਾਂ ਮਾਡਲ ਬਣਦਾ ਹੈ ਜਾਂ ਉਹ ਅਪਣਾਇਆ ਜਾਂਦਾ ਹੈ, ਉਹਦੇ ਵਿੱਚ ਜਿਹੜੀ ਵਿਆਖਿਆ ਦੇ ਵਿੱਚ ਕੁਝ ਚੀਜ਼ਾਂ ਰਿਸੈਂਬਲ ਹੁੰਦੀਆਂ, ਜਿਹੜੀਆਂ ਸੇਮ ਹੁੰਦੀਆਂ, ਵੀ ਚਲੋ ਗੁਰੂ ਸਾਹਿਬ ਵੱਲੋਂ ਮਿਲੀਆਂ ਚੀਜ਼ਾਂ ਉਹ ਉਸੇ ਤਰੀਕੇ ਨਾਲ ਨੇ। ਕੁਝ ਜਿਹੜੀਆਂ ਨੇ ਰੀਅਸੈਂਬਲ ਹੁੰਦੀਆਂ ਨੇ, ਵੀ ਕੁਝ ਇਨਕਲੂਡ ਹੁੰਦੀਆਂ ਨਵੀਆਂ ਚੀਜ਼ਾਂ, ਕੁਝ ਜਿਹੜੀਆਂ ਡਿਸਅਸੈਂਬਲ ਹੁੰਦੀਆਂ, ਜਿਹੜੀਆਂ
ਵਿੱਚੋਂ ਨਿਕਲ ਵੀ ਜਾਂਦੀਆਂ, ਜਿਹੜੀਆਂ ਮਹਾਂਪੁਰਸ਼ਾਂ ਨੇ ਕਿਹਾ ਹੁੰਦਾ ਉਹ ਅਸਲੀ ਚੀਜ਼ਾਂ ਕਈ ਵਾਰੀ ਗਾਇਬ ਵੀ ਹੋ ਜਾਂਦੀਆਂ ਜਦੋਂ ਕੋਈ ਕਲਟ ਚੱਲਦਾ। ਇਸ ਕਰਕੇ ਜਦੋਂ ਅੱਜ ਅਸੀਂ ਸੰਗਤ ਦੀ ਗੱਲ ਕਰਦੇ ਹਾਂ, ਰੀਅਲ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖ ਤੁਹਾਨੂੰ ਸਮਾਜ ਦੇ ਵਿੱਚ ਬਹੁਤ ਘੱਟ ਮਿਲੇਗਾ। ਨਹੀਂ ਤੇ ਕੋਈ ਨਾ ਕੋਈ ਜਥੇਬੰਦੀ ਦੇ ਨਾਲ ਜੁੜਿਆ ਹੋਇਆ, ਇੰਸਟੀਚਿਊਸ਼ਨ ਨਾਲ, ਉਹਦੇ ਨਾਲ ਇਹ ਗੱਲ ਕੀ ਹੋਈ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਾਡੀ ਪਹਿਲੀ ਵਫਾਦਾਰੀ ਨਹੀਂ ਰਹੀ। ਪਹਿਲੀ ਵਫਾਦਾਰੀ ਬੰਦੇ ਦੀ ਆਪਣੇ ਇੰਸਟੀਚਿਊਸ਼ਨ, ਆਪਣੀ ਸੰਪਰਦਾ ਦੇ ਨਾਲ ਹੈ। ਤੇ ਅਸਲ ਦੇ ਵਿੱਚ ਉਹਨਾਂ ਸ਼ਰੀਰਾਂ ਦੀ ਹੀ ਸੰਗਤ ਕੀਤੀ ਜਾ ਰਹੀ, ਤੇ ਜਿਸ ਕਰਕੇ ਕੌਮ ਦੀ ਏਕਤਾ ਖਤਰੇ ਦੇ ਵਿੱਚ ਪਈ ਹੋਈ ਹੈ ਵੀ ਇੱਕ ਹੋਣ ਦੇ ਆਸਾਰ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਤਕਰੀਬਨ ਬੜਾ ਔਖਾ ਹੈ ਵੀ ਜਦੋਂ ਸਾਡੀ ਸਾਰੀ ਕੌਮ ਇੱਕ ਝੰਡੇ ਤੇ ਥੱਲੇ ਆਏਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਕਿਉਂਕਿ ਉਹਦੇ ਲਈ ਯਤਨ ਨਹੀਂ ਹੋ ਰਿਹਾ। ਯਤਨ ਅਸਲ ਦੇ ਵਿੱਚ ਆਪਣੇ ਆਪਣੇ ਇੰਸਟੀਚਿਊਸ਼ਨ ਦੇ ਲਈ ਹੋ ਰਿਹਾ। ਇਸ ਕਰਕੇ ਤੁਹਾਨੂੰ ਵੇਖੋ ਵੀ ਸਾਧੂ ਸੰਗ ਭਜੋ ਗੋਪਾਲ ਵਾਲਾ ਜਿਹੜਾ ਸਿੱਖ ਹੈ ਨਾ, ਉਹ ਮਾਰਕੀਟ ਦੇ ਵਿੱਚ ਅਵੇਲੇਬਿਲਿਟੀ ਉਹਦੀ ਨਹੀਂ ਹੈ। ਇਸ ਕਰਕੇ ਅੱਜ ਦਾ ਜਿਹੜਾ ਸ਼ਬਦ ਹੈ ਨਾ, ਇੱਕ ਤੇ ਇਸ ਪੱਖੋਂ ਕੰਮ ਕਰਨ ਲਈ ਸਾਨੂੰ ਕਹਿੰਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨੀ ਹੈ, ਬਾਣੀ ਦੀ ਸੰਗਤ ਕਰਨੀ ਹੈ, ਬਾਣੀ ਨੂੰ ਆਪ ਸਮਝਣ ਦਾ ਮਨ ਦੇ ਅੰਦਰ ਯਤਨ ਕਰਨਾ ਹੈ ਔਰ ਟਾਈਮ ਦੇਣਾ ਹੈ ਇਹਦੇ ਲਈ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰ ਰਹੇ ਨੇ ਸਾਧੂ ਸੰਗ ਭਜੋ ਗੋਪਾਲ, ਵੀ ਸਾਧੂ ਦੀ ਸੰਗਤ ਕਰਕੇ ਉਸ ਅਕਾਲ ਪੁਰਖ ਨੂੰ ਸਿਮਰੋ, ਇੱਕ ਪੱਖੋਂ ਜਿਹੜਾ ਅਸੀਂ ਆਪਣੀ ਕੌਮੀ ਤੌਰ 'ਤੇ ਕੰਮ ਕਰਨਾ। ਦੂਸਰਾ ਜਿਹੜਾ ਸਾਡੇ ਕੋਲ ਆਉਂਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਹੜੇ ਖਿੱਤੇ ਦੇ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਵੱਖ-ਵੱਖ ਹੋਰ ਵੀ ਇੰਸਟੀਚਿਊਸ਼ਨ ਨੇ। ਜੇ ਪੰਜਾਬ ਦੀ ਗੱਲ ਕਰੀਏ ਤੇ ਕਿਧਰੇ ਨਾਮ ਚਰਚਾ ਹੋ ਰਹੀ ਹੈ, ਕਿਧਰੇ ਆਸੂਤੋਸ਼ ਦਾ ਡੇਰਾ ਹੈ, ਕਿਧਰੇ ਰਾਧਾ ਸੁਆਮੀ ਵੀ ਜਦੋਂ ਗੱਲ ਕਰਦੇ ਨੇ ਤੇ ਉਹ ਨਾਮ ਦੀ ਗੱਲ ਕਰ ਰਹੇ ਨੇ। ਫਿਰ ਹੁਣ ਸਿੱਖ ਪ੍ਰੀਚਰਸ ਦਾ ਤੇ ਜਾਂ ਆਮ ਬੰਦਿਆਂ ਦਾ ਝੁਕਾਅ ਕੁਝ ਹਿੰਦੂ ਮਹਾਤਮਾ ਵੱਲ ਵੀ ਹੋਇਆ ਵੀ ਉੱਥੋਂ ਜਾ ਕੇ ਵੀ ਕਿਧਰੇ ਨਾਮ ਦੀ ਦਾਤ ਮੰਗਣ ਲੱਗ ਪਏ ਨੇ। ਕੱਲ੍ਹ ਪਰਸੋਂ ਦੀ ਆਪਾਂ ਗੱਲ ਕਰ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜਦੋਂ ਬੰਦਾ ਕਿਸੇ ਡੇਰੇ ਤੇ ਜਾ ਕੇ ਜਾਂ ਵੱਖਰੇ ਥਾਂ ਤੇ ਮੱਥਾ ਟੇਕਦਾ, ਕਿਸੇ ਸਾਧੂ ਕੋਲ ਜਾ ਕੇ ਕਹਿੰਦਾ ਜੀ ਮੈਨੂੰ ਪ੍ਰੇਮ ਦੀ ਕਣੀ ਦੇ ਦਿਓ, ਮੈਨੂੰ ਨਾਮ ਦੇ ਦਿਓ, ਤੇ ਕਿਉਂਕਿ ਆਨਲਾਈਨ ਮੀਡੀਆ ਰਾਹੀਂ ਵੀ ਪ੍ਰਚਾਰ ਕਰਨ ਸਦਕਾ ਇੱਕ ਸੱਜਣ ਦਾ ਸਵਾਲ ਆਇਆ। ਉਹ ਕਹਿਣ ਲੱਗੇ ਜੀ ਇਹ ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਰਹੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਹਿੰਦੀ ਵੀ ਸਾਧੂਆਂ ਨੂੰ ਜਿਹੜੀ ਬੜੀ ਰਿਸਪੈਕਟ ਦੇਣੀ ਚਾਹੀਦੀ ਹੈ, ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ, ਤੇ ਇਹ ਤੇ ਕਹਿੰਦੇ ਨੇ ਵੀ ਉਹ ਪ੍ਰੇਮਾਨੰਦ ਦੇ ਡੇਰੇ ਤੇ ਜਾਣਾ ਹੀ ਨਹੀਂ ਚਾਹੀਦਾ ਸਿੱਖਾਂ ਨੂੰ। ਜਿਹੜਾ ਇਹ ਗੱਲ ਕਹਿ ਰਹੇ ਨੇ ਉਹ ਤੇ ਬੜੇ ਤਪਸਵੀ ਨੇ, ਉਹਨਾਂ ਤੇ ਬੜੀ ਭਗਤੀ ਕਰਕੇ ਰੱਬ ਨੂੰ ਪ੍ਰਗਟ ਕੀਤਾ। ਉਹਨਾਂ ਦਾ ਸਵਾਲ ਇਹ ਸੀ, ਇਹ ਮੈਂ ਆਪ ਜੀ ਦੇ ਸਨਮੁਖ ਕਿਉਂ ਰੱਖ ਰਿਹਾ, ਕਿਉਂਕਿ ਜਿਹੜੇ ਸਮਾਜ ਦੇ ਵਿੱਚ ਅਸੀਂ ਵਿਚਰਨੇ ਆ ਤੇ ਜਦੋਂ ਅਸੀਂ ਇਹ ਬਾਣੀ ਪੜ੍ਹਦੇ ਹਾਂ ਵੀ ਸਾਧੂ ਸੰਗ ਭਜੋ ਗੋਪਾਲ, ਬਾਣੀ ਬਾਰ-ਬਾਰ ਸੰਤਾਂ ਦੀ, ਸਾਧੂਆਂ ਦੀ ਰਿਸਪੈਕਟ ਕਰਦੀ ਹੈ, ਸਾਨੂੰ ਸਾਧ ਸੰਗਤ ਕਰਨ ਲਈ ਪ੍ਰੇਰਨਾ ਕਰਦੀ। ਫਿਰ ਆਮ ਬੰਦਾ ਜਿਹਦੇ ਕਨਸੈਪਟਸ ਕਲੀਅਰ ਨਹੀਂ ਹਨ, ਉਹ ਕਈ ਵਾਰੀ ਭੁਲੇਖਿਆਂ ਦਾ ਸ਼ਿਕਾਰ ਹੋ ਜਾਂਦਾ ਵੀ ਸ਼ਾਇਦ ਜਿਹੜੇ ਸੰਤ ਕੋਲ ਮੈਂ ਜਾ ਰਿਹਾ ਉਹਦੀ ਸੰਗਤ ਕਰਨ ਵਾਸਤੇ ਹੀ ਕਹਿ ਰਹੀ ਹੈ। ਤੇ ਗੁਰੂ ਸਾਹਿਬ ਜੀ ਦੀ ਇਹ ਜਿਹੜੀ ਬਾਣੀ ਦੀ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਦੂਸਰਾ, ਅਸੀਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਵੇਂ ਗੁਰੂ ਸਾਹਿਬ ਜੀ ਨੇ ਵਹਿਮਾਂ ਭਰਮਾਂ ਤੋਂ, ਪਖੰਡਾਂ ਤੋਂ, ਅੰਧ ਵਿਸ਼ਵਾਸਾਂ ਤੋਂ ਲੋਕਾਂ ਨੂੰ ਕੱਢ ਕੇ ਸੱਚ ਦੀ ਵਿਚਾਰਧਾਰਾ ਦੇ ਨਾਲ ਜੋੜਿਆ। ਜਿੰਨੇ ਵੀ ਅਸੀਂ ਗੁਰਬਾਣੀ ਸੁਣਨੇ ਆ, ਰੋਜ਼ ਗੁਰਬਾਣੀ ਦੇ ਅਰਥ ਸਮਝਣ ਦਾ ਯਤਨ ਕਰਨੇ ਆ, ਸਾਡੀ ਇੱਕ ਮੋਰਲ ਡਿਊਟੀ ਵੀ ਇਹ ਬਣ ਜਾਂਦੀ ਹੈ ਵੀ ਉਸ ਸੁਸਾਇਟੀ ਲਈ ਕੰਮ ਕਰੀਏ। ਜੇ ਕੇਵਲ ਸੁਣ ਕੇ ਘਰ ਦੇ ਵਿੱਚ ਬੈਠ ਜਾਣਾ ਜਾਂ ਆਪਣੇ ਕੰਮ ਦੇ ਵਿੱਚ ਮਸ਼ਰੂਫ ਹੋ ਜਾਣਾ, ਫਿਰ ਇਸ ਤੋਂ ਅੱਗੇ ਵੀ ਸਾਨੂੰ ਥੋੜ੍ਹਾ ਜਿਹਾ ਚੱਲਣਾ ਚਾਹੀਦਾ ਹੈ। ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਹੁਣ ਗੁਰੂ ਸਾਹਿਬ ਜੀ ਦੀ ਬਾਣੀ ਦੇ ਜੇ ਸ਼ਬਦ ਪੜ੍ਹੀਏ ਨਾ, ਇੱਕ ਇੱਕ ਸ਼ਬਦ ਜਿਹੜੀ ਕਲੈਰਿਟੀ ਦਿੰਦੇ ਨੇ। ਕਲਾਸਾਂ ਲਾਉਂਦੇ ਵੀ ਕਿਸੇ ਨੇ ਸਵਾਲ ਕੀਤਾ ਸੀ ਵੀ ਸਾਰੇ ਮਜ਼ਹਬ ਤਾਂ ਇੱਕ ਰੱਬ ਨੂੰ ਮੰਨਦੇ ਨੇ,
ਜੇ ਇੱਕ ਰੱਬ ਨੂੰ ਹੀ ਸਾਰੇ ਲੋਕ ਮੰਨਦੇ ਨੇ ਤੇ ਕਿਉਂ ਸਾਨੂੰ ਕੇਵਲ ਗੁਰਦੁਆਰੇ ਸੰਗਤ ਮੰਦਿਰ ਦੇ ਵਿੱਚ ਵੀ ਕਿਉਂ ਨਹੀਂ ਬਹਿ ਜਾਣਾ ਚਾਹੀਦਾ? ਮਸਜਿਦ ਦੇ ਵਿੱਚ ਵੀ ਕਿਉਂ ਨਹੀਂ ਰੱਬ ਦੀ ਗੱਲ ਸੁਣ ਲੈਣੀ ਚਾਹੀਦੀ? ਚਰਚ ਦੇ ਵਿੱਚੋਂ ਵੀ ਕਿਉਂ ਨਹੀਂ ਗੱਲ ਸੁਣ ਲੈਣੀ ਚਾਹੀਦੀ? ਉਹਦਾ ਆਪਾਂ ਸਮਝਦੇ ਆ ਰਹੇ ਹਾਂ ਕਿ ਅਸਲ ਦੇ ਵਿੱਚ ਜਿਹੜੀ ਰੱਬ ਇਨਕੰਪਰੀਹੈਂਸਿਬਲ ਹੈ, ਉਹ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਜਾਣਿਆ ਨਹੀਂ ਜਾ ਸਕਦਾ। ਉਹਨੂੰ ਜਦੋਂ ਜਾਣਿਆ ਨਹੀਂ ਜਾ ਸਕਦਾ, ਫਿਰ ਮਾਰਕੀਟ ਦੇ ਵਿੱਚ ਹਜ਼ਾਰਾਂ ਹੀ ਰੱਬ ਦੇ ਕਨਸੈਪਟ ਜਿਹੜੇ ਛੱਡੇ ਹੋਏ ਨੇ, ਆਰਗੇਨਾਈਜ਼ਡ ਰਿਲੀਜਨ ਨੇ। ਤੇ ਬੰਦਾ ਕਈ ਵਾਰੀ ਕਿਸੇ ਦੀ ਵਿਚਾਰਧਾਰਾ ਨੂੰ ਫਾਲੋ ਸਾਰੀ ਜ਼ਿੰਦਗੀ ਕਰਦਾ ਰਹਿੰਦਾ ਹੈ, ਤੇ ਬੰਦੇ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਅਸਲ ਦੇ ਵਿੱਚ ਮੈਨੂੰ ਪ੍ਰਾਪਤੀ ਤੇ ਕੋਈ ਨਹੀਂ ਹੋਈ। ਮੇਰਾ ਤੇ ਸਰੀਰਕ ਤੌਰ ਤੇ ਬਹੁਤ ਸਾਰਾ ਸਮਾਂ, ਐਨਰਜੀ, ਲਾਈਫ ਦਾ ਟਾਈਮ ਚਲਾ ਗਿਆ, ਪੈਸਾ ਲੱਗਾ, ਤੇ ਫਿਰ ਮਾਨਸਿਕ ਸ਼ੋਸ਼ਣ ਹੋਇਆ ਤੇ ਆਤਮਿਕ ਤੌਰ ਤੇ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ, ਰਿਜ਼ਲਟ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਨਿਕਲਿਆ। ਇਸ ਕਰਕੇ ਗੁਰੂ ਸਾਹਿਬ ਨੇ ਕੱਲੇ ਕੱਲੇ ਉੱਥੇ ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਮੰਦਰਾਂ ਦੇ ਵਿੱਚ ਗਏ, ਮਸਜਿਦਾਂ ਦੇ ਵਿੱਚ ਗਏ, ਚਰਚਾਂ ਦੇ ਦੀ ਤੇ ਜ਼ਿਕਰ ਨਹੀਂ ਮਿਲਦਾ, ਪਰ ਅਸਲ ਦੇ ਵਿੱਚ ਮੱਠਾਂ ਦੇ ਉੱਤੇ ਗਏ, ਹੋਰ ਧਰਮ ਦੇ ਧਾਰਮਿਕ ਅਸਥਾਨਾਂ ਤੇ ਮੱਕੇ ਤੱਕ ਜਾ ਕੇ ਇੱਕ ਨਵੇਕਲੇ ਢੰਗ ਦੇ ਨਾਲ ਰੱਬ ਦੀ ਨਵਾਂ ਕਨਸੈਪਟ ਦਿੱਤਾ। ਉਹ ਕਨਸੈਪਟ ਅਸਲ ਦੇ ਵਿੱਚ ਸਮਝਣ ਦੀ ਬੜੀ ਲੋੜ ਹੈ। ਜੇ ਉਹ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਨੂੰ ਆਪਾਂ ਨਾ ਮੰਨੀਏ ਤੇ ਬਹੁਤ ਵਾਰੀ ਅਸੀਂ ਪਖੰਡ ਨੂੰ ਰੱਬ ਦੀ ਭਗਤੀ ਤੇ ਅੰਧ ਵਿਸ਼ਵਾਸ ਨੂੰ ਅਸਲ ਦੇ ਵਿੱਚ ਅਸੀਂ ਧਰਮ ਤੇ ਰਿਚੁਅਲਸ ਨੂੰ ਧਰਮ ਸਮਝ ਰਹੇ ਹੋਵਾਂਗੇ। ਆਪ ਵੀ ਭੁਲੇਖੇ ਦੇ ਵਿੱਚ ਹੋਵਾਂਗੇ ਤੇ ਰੱਬ ਦੀ ਪ੍ਰਾਪਤੀ ਵੀ ਨਹੀਂ ਹੋਏਗੀ, ਮਨੁੱਖਾ ਜ਼ਿੰਦਗੀ ਦੇ ਵਿੱਚ ਵੀ ਕੁਝ ਨਹੀਂ ਬਣੇਗਾ। ਇਸ ਕਰਕੇ ਸਾਧੂ ਸੰਗ ਭਜੋ ਗੋਪਾਲ, ਇਸ ਕਰਕੇ ਅੱਜ ਦਾ ਸ਼ਬਦ ਸਾਨੂੰ ਸਾਧੂ ਦੀ ਸੰਗਤ ਕਰਨ ਵਾਸਤੇ ਕਹਿੰਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੰਨੇ ਸਾਧੂ ਬੈਠੇ ਨੇ ਨਾ, ਇੱਕ ਬਾਬਾ ਕਬੀਰ ਜੀ ਦਾ ਸ਼ਬਦ ਹੀ ਤੁਹਾਡੇ ਨਾਲ ਆਪਾਂ ਸੰਗਤ ਕਰਨੇ ਆ, ਬਾਬਾ ਕਬੀਰ ਜੀ ਦੀ। ਤੇ ਉਹ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ, ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਵੇਖੋ ਸਾਰੇ ਵਹਿਮ ਕੱਢਦੇ ਗਏ ਸ਼ਬਦ ਅਸੀਂ ਸੁਣਨੇ ਕਈ ਵਾਰੀ ਆ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਵੀ ਬੰਦਿਆ ਆਪਣੇ ਦਿਲ ਦਿਮਾਗ ਨੂੰ ਖੋਲ ਕੇ ਦੇਖ, ਅਸਲ ਦੇ ਵਿੱਚ ਆਪਣੇ ਦਿਲ ਦੇ ਵਿੱਚ ਖੋਜ ਤੇ ਪਰੇਸ਼ਾਨੀ ਦੇ ਵਿੱਚ ਨਾ ਫਸ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹ ਜਿਹੜੀ ਦੁਨੀਆ ਨਾ ਬੜੀ ਜਾਦੂਮਈ ਹੈ, ਮੈਜਿਕ ਹੋ ਰਿਹਾ ਇਹਦੇ ਤੇ ਜਦੋਂ ਮੈਜਿਕ ਕੋਈ ਕਰ ਰਿਹਾ ਹੁੰਦਾ ਹੈ ਨਾ, ਤੇ ਆਮ ਕਰਕੇ ਸਾਡੀਆਂ ਅੱਖਾਂ ਨੂੰ ਰਿਐਲਿਟੀ ਦਿਸ ਨਹੀਂ ਰਹੀ ਹੁੰਦੀ। ਉੱਥੇ ਉਹ ਰਿਐਲਿਟੀ ਦੇ ਵਿੱਚ ਕੁਝ ਹੋਰ ਹੁੰਦਾ, ਸਾਨੂੰ ਕੁਝ ਹੋਰ ਦਿਸਦਾ, ਕਿਉਂਕਿ ਸਾਨੂੰ ਨੌਲੇਜ ਨਹੀਂ ਹੁੰਦੀ। ਤੇ ਇਹ ਮੈਜਿਕ ਹੋ ਰਿਹਾ ਧਰਮ ਦੀ ਦੁਨੀਆ ਦੇ ਵਿੱਚ ਵੀ ਹੋ ਰਿਹਾ। ਸਿਹਰ ਦਾ ਮਤਲਬ ਜਾਦੂ ਹੈ। ਜਾਦੂ ਦੇ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਅਸਲ ਰਿਐਲਿਟੀ ਤੋਂ ਦੂਰ ਕੀਤਾ ਜਾ ਰਿਹਾ। ਇਹ ਰਿਐਲਿਟੀ ਕਈ ਵਾਰੀ ਅਸਲ ਦੇ ਵਿੱਚ ਸਾਡੀ ਪੋਲੀਟੀਕਲ ਲਾਈਫ ਦੇ ਵਿੱਚ ਵੀ ਇਹ ਵਾਪਰਦਾ ਵੀ ਲੋਕ ਜਾਦੂਮਈ ਇਹੋ ਜਿਹੇ ਲਫ਼ਜ਼ ਬੋਲ ਕੇ ਸਾਡਾ ਸ਼ੋਸ਼ਣ ਕਰ ਜਾਂਦੇ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ। ਹੁਣ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨੇ, ਦਿਲੋਂ ਖੋਜ ਕੇ ਵੇਖੋ। ਖੋਜ ਦਾ ਮਤਲਬ ਰਿਸਰਚ ਕਰੋ ਇਸ ਟੌਪਿਕ ਦੇ ਉੱਤੇ, ਤੇ ਅਸਲ ਦੇ ਵਿੱਚ ਉਹ ਟੌਪਿਕ ਕਿਹੜੇ ਕਿਹੜੇ ਨੇ, ਕਿਉਂਕਿ ਰਹਾਉ ਦੀ ਤੁਕ ਤੇ ਸੈਂਟਰ ਹੁੰਦਾ, ਸੈਂਟਰ ਬਾਅਦ ਤੇ ਬਾਬਾ ਜੀ ਨੇ ਬਾਕੀ ਤੁਕਾਂ ਦੇ ਵਿੱਚ ਉਹਨੂੰ ਵਿਸਤਾਰ ਕਰਨਾ ਹੁੰਦਾ ਵੀ ਕਿਹੜਾ ਕਿਹੜਾ ਏਰੀਆ ਜਿੱਥੇ ਖੋਜਣ ਦੀ ਲੋੜ ਹੈ। ਉਹ ਕਹਿੰਦੇ ਨੇ ਵੇਦ ਕਤੇਬ ਇਫਤਰਾ ਪਾਈ। ਹੁਣ ਤੁਸੀਂ ਹੈਰਾਨ ਹੋਵੋਗੇ, ਸ਼ਾਇਦ ਇਹ ਤੁਸੀਂ ਐਕਸਪੈਕਟ ਨਾ ਕੀਤਾ ਹੋ ਜੇ ਇਹਦੇ ਅਰਥ ਨਹੀਂ ਵੇਖੇ। ਇਫਤਰਾ ਦਾ ਮਤਲਬ ਹੈ ਝੂਠ। ਉਹ ਕਹਿੰਦੇ ਨੇ ਜਿਹੜੇ ਵੇਦ ਨੇ, ਵੇਦ ਦਾ ਮਤਲਬ ਹੈ ਹਿੰਦੁਸਤਾਨ ਦੇ ਸਕ੍ਰਿਪਚਰ। 4 ਵੇਦ ਆ ਜਾਂਦੇ ਨੇ, 18 ਪੁਰਾਣ ਆ ਜਾਂਦੇ ਨੇ, ਸਿਮਰਤੀਆਂ ਆ ਜਾਂਦੀਆਂ ਨੇ, ਹੋਰ ਜਿਹੜੇ ਨੇ। ਤੇ ਇਹਦੇ ਕੁਝ ਟੀਕਾਕਾਰਾਂ ਨੇ ਅਰਥ ਕੀਤੇ ਨੇ ਵੀ ਇਹ ਸੱਚਾਈ ਤੋਂ ਦੂਰ ਨੇ, ਬੜੀਆਂ ਵਧਾ ਚੜਾ ਕੇ ਗੱਲਾਂ ਕੀਤੀਆਂ ਗਈਆਂ। ਜਿਵੇਂ ਵਧਾ ਚੜਾ ਕੇ ਅੱਜ ਵੀ ਕਹਿੰਦੇ ਨੇ ਨਾ, ਜਦੋਂ ਰਾਵਣ ਸੀਤਾ ਨੂੰ ਲੈਣ ਵਾਸਤੇ ਆਇਆ ਸੀ ਤੇ ਉਹਨੂੰ ਉਦੋਂ ਐਰੋਪਲੇਨ ਉਹਨੇ ਬਣਾ ਲਿਆ ਹੋਇਆ ਸੀ, ਤੇ ਉਹ ਹੈਲੀਕਾਪਟਰ ਦੇ ਉੱਤੇ ਆਇਆ ਸੀ ਸ਼ਾਇਦ। ਤੇ ਪਿੱਛੇ ਜੇ ਰਾਜਨੀਤਿਕ ਲੋਕਾਂ ਨੇ ਬੜਾ ਬਿਆਨ ਦਿੱਤਾ ਇਹਦੇ ਬਾਰੇ। ਤਾਂ ਜਿਵੇਂ ਮੋਦੀ ਨੇ ਕਈ ਵਾਰੀ ਕਹਿ ਦਿੱਤਾ ਸੀ ਵੀ ਸਟੈਮ ਸੈੱਲ ਦੀ ਰਿਸਰਚ ਸਾਡੇ ਬੰਦਿਆਂ ਨੇ ਪਹਿਲਾਂ ਹੀ ਕਰ ਲਈ ਸੀ, ਜਦੋਂ ਗਣੇਸ਼ ਦੇ ਉੱਤੇ
ਬੰਦੇ ਦੇ ਸਰੀਰ ਦੇ ਉੱਤੇ ਹਾਥੀ ਦਾ ਸਿਰ ਫਿੱਟ ਕਰ ਦਿੱਤਾ ਸੀ। ਅੱਜ ਵੀ ਤੁਸੀਂ ਵੇਖੋ, ਕਿਸੇ ਵੀ ਉਹ ਹਿੰਦੁਸਤਾਨ ਦੇ ਸਕਾਲਰ ਨੂੰ ਚੁੱਕ ਕੇ ਵੇਖ ਲਓ, ਉਹ ਕਹਿੰਦੇ ਨੇ ਜਿਹੜੀ ਵੈਸਟ ਨੇ ਸਾਰੀ ਰਿਸਰਚ ਕੀਤੀ ਹੈ ਨਾ, ਉਹ ਉਹਨਾਂ ਨੇ ਆਪ ਨਹੀਂ ਕੀਤੀ। ਅਸਲ ਦੇ ਵਿੱਚ ਉਹ ਹਿੰਦੁਸਤਾਨ ਦੇ ਵਿੱਚ ਆਏ, ਸਾਡੇ ਵੇਦ ਸ਼ਾਸਤਰ ਚੁੱਕ ਕੇ ਲੈ ਗਏ, ਅਤੇ ਇਸ ਕਰਕੇ ਇਹਨਾਂ ਨੇ ਤਰੱਕੀ ਕੀਤੀ। ਹਾਲਾਂਕਿ ਉਹਨਾਂ ਕੋਲ ਸਦੀਆਂ ਹੀ ਸੀ, ਉਹਨਾਂ ਨੇ ਨਹੀਂ ਕੋਈ ਨਾ ਕਾਨੂੰਨ ਵੀ ਇੱਥੋਂ ਦਾ ਬਣਿਆ ਹੋਇਆ, ਥੋੜ੍ਹਾ ਜਿਹਾ ਅਮੈਂਡਮੈਂਟ ਕੀਤੀ ਗਈ। ਅਤੇ ਕਹਿਣ ਦਾ ਮਤਲਬ ਅਸਲ ਦੇ ਵਿੱਚ ਜਿਹੜੀ ਬਾਬਾ ਕਬੀਰ ਜੀ ਗੱਲ ਕਹਿ ਰਹੇ ਨੇ, ਇਸੇ ਤਰ੍ਹਾਂ ਕਤੇਬ ਹੈ। ਕਤੇਬ ਦੇ ਵਿੱਚ ਆ ਜਾਂਦਾ ਅੰਜੀਲ, ਤੁਰੇਤ, ਜ਼ੰਬੂਰ, ਕੁਰਾਨ ਵਗੈਰਾ, ਇਹ ਜਿਹੜੀਆਂ ਕਿਤਾਬਾਂ ਨੇ, ਸਮੈਟਿਕ ਰਿਲੀਜ਼ਨ ਨੇ। ਅਤੇ ਉਹ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਵੀ ਬਾਬਾ ਕਬੀਰ ਜੀ ਕਹਿੰਦੇ ਨੇ ਵਧਾ ਚੜਾ ਕੇ ਗੱਲਾਂ ਕੀਤੀਆਂ ਗਈਆਂ, ਝੂਠੀਆਂ, ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ। ਇਹ ਸਾਰੇ ਇੰਸਟੀਟਿਊਸ਼ਨ ਇਹੋ ਜਿਹਾ ਪ੍ਰੋਗਰਾਮ ਨਹੀਂ ਬਣਾ ਕੇ ਮਨੁੱਖਤਾ ਨੂੰ ਦੇ ਸਕੇ ਕਿ ਇਹ ਧਰਤੀ ਦੇ ਉੱਤੇ ਬੰਦੇ ਨੂੰ ਜਿਹੜਾ ਚੰਗਾ ਜੀਵਨ, ਚਿੰਤਾਵਾਂ ਤੋਂ ਰਹਿਤ, ਇੱਥੋਂ ਦੀਆਂ ਮੁਸ਼ਕਲਾਂ ਨੂੰ ਐਡਰੈਸ ਕਰਕੇ ਜਿਹੜਾ ਅਸਲ ਦੇ ਵਿੱਚ ਦਿੱਤਾ ਜਾ ਸਕੇ। ਇਸ ਕਰਕੇ ਦਿਲ ਕਾ ਫਿਕਰ ਨਾ ਜਾਏ, ਵੇਦ ਕਤੇਬ ਇਫਤਰਾ ਪਾਈ। ਭਾਈ, ਇਹ ਵਧਾ ਚੜਾ ਕੇ ਝੂਠ ਬੋਲੀਆਂ ਹੋਈਆਂ ਗੱਲਾਂ ਨੇ, ਵੇਦਾਂ ਅਤੇ ਕਤੇਬਾਂ ਦੀ ਫਿਲਾਸਫੀ। ਹੁਣ ਇਹ ਬੜੀ ਵੱਡੀ ਬਲੰਟ ਲੈਂਗੁਏਜ ਹੈ, ਸਟੇਟ ਫਾਰਵਰਡ ਬਾਬਾ ਕਬੀਰ ਜੀ ਕਹਿ ਰਹੇ ਨੇ ਵੀ ਇਹ ਦਿਲ ਦਾ ਫਿਕਰ ਨਹੀਂ ਕੱਢਦੀਆਂ। ਇਸ ਕਰਕੇ ਜਦੋਂ ਅਸੀਂ ਕਹਿੰਦੇ ਨਾ ਸਾਧੂ ਸੰਗ ਕਿਹੜੇ ਇੰਸਟੀਟਿਊਸ਼ਨ ਨੂੰ ਸੁਣਨਾ ਅਸੀਂ, ਅਤੇ ਫਿਰ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਤੁਸੀਂ ਟੁੱਕ ਦਾ ਮਤਲਬ ਰਤਾ ਪਰ, ਦਮ ਦਾ ਮਤਲਬ ਹੈ ਕੰਸਨਟਰੇਟ ਕਰੋ। ਜੇ ਤੁਸੀਂ ਇੱਕ ਵਾਰੀ ਇਕਾਗਰ ਚਿੱਤ ਨਾਲ, ਕਰਾਰੀ ਦਾ ਮਤਲਬ ਹੈ ਇਕਾਗਰ ਚਿੱਤ ਹੋ ਕੇ ਤੁਸੀਂ ਸੋਚੋ, ਤੁਹਾਨੂੰ ਰੱਬ ਕਿਧਰੇ ਧਾਰਮਿਕ ਸਕ੍ਰਿਪਚਰ 'ਚ ਤੋਂ ਨਹੀਂ ਲੱਭਣਾ ਪਏਗਾ। ਗੁਰੂ ਸਾਹਿਬ ਨੇ ਵੀ ਕਿਹਾ, ਵੇਦ ਕਤੇਬ ਸੰਸਾਰ ਹਮ ਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸ ਹੈ ਜ਼ਾਹਰਾ। ਵੀ ਜਿਹੜਾ ਮੇਰਾ ਰੱਬ ਹੈ ਨਾ, ਉਹ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਹੈ। ਉਹ ਧਾਰਮਿਕ ਵੇਦਾਂ ਦੀ ਪਕੜ ਦੇ ਵਿੱਚ ਨਹੀਂ ਆਇਆ। ਵੇਦ ਕਤੇਬ ਸੰਸਾਰ ਹੰਬਾਹੂ ਬਾਹਰਾ, ਅਤੇ ਕਤੇਬਾਂ ਦੀ ਪਕੜ ਦੇ ਵਿੱਚ ਵੀ ਨਹੀਂ ਆਇਆ। ਬਿਲਕੁਲ ਇਸ ਕਰਕੇ ਗੁਰੂ ਸਾਹਿਬ ਜੀ ਨੇ, ਜੇ ਰੱਬ ਦੀ ਭਗਤੀ ਦਾ ਬਹੁਤ ਵੱਡਾ ਸੋਰਸ ਹੁੰਦਾ ਤੇ ਹਜ਼ੂਰ ਨੇ ਕਹਿਣਾ ਹੀ ਨਹੀਂ ਸੀ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਲਿਆ। ਉਹਨਾਂ ਨੇ ਕਿਹਾ ਦਿਲ ਕਾ ਫਿਕਰ ਨਾ ਜਾਏ। ਫਿਰ ਤੁਸੀਂ ਅਗਲੀ ਗੱਲ ਵੇਖੋ, ਬਾਬਾ ਕਬੀਰ ਜੀ ਦਾ ਇਹ ਸ਼ਬਦ ਜਿਹੜਾ ਵੀ ਸਰਵਣ ਕਰ ਰਿਹਾ ਨਾ, ਕੋਸ਼ਿਸ਼ ਕਰਿਓ ਘਰ ਦੇ ਵਿੱਚ ਇਹਨੂੰ ਨਾ ਸ਼ਬਦ ਨੂੰ ਕੱਢ ਕੇ ਦੁਬਾਰਾ ਇਹਦੇ ਅਰਥ ਵੇਖਿਓ। ਇਹ ਸ਼ਬਦ ਯਾਦ ਕਰਨ ਯੋਗ ਹੈ, ਔਰ ਹਰ ਸਿੱਖ ਨੂੰ ਮੇਰੇ ਖਿਆਲ ਯਾਦ ਹੋਣਾ ਚਾਹੀਦਾ, ਅਤੇ ਸਾਡਾ ਸੰਗਤ ਦਾ ਕੰਸੈਪਟ ਜਿਹੜਾ ਘੱਟੋ ਘੱਟ ਕਲੀਅਰ ਹੋ ਜਾਏਗਾ। ਉਹ ਕਹਿੰਦੇ ਨੇ ਅਗਲੇ ਬੰਦ ਦੇ ਵਿੱਚ, ਕਹਿੰਦੇ ਨੇ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾ। ਪੰਡਤ ਜੀ ਨਾਲ ਗੱਲ ਹੋ ਰਹੀ ਵੀ ਪੰਡਤ ਜੀ, ਤੂੰ ਇਹ ਵੇਦਾਂ ਸ਼ਾਸਤਰਾਂ 'ਚੋਂ ਝੂਠ ਪੜ੍ਹ ਲੈਣਾ, ਸ਼ਲੋਕ ਕਰ ਲੈਣਾ ਯਾਦ, ਅਤੇ ਪੜ੍ਹ ਪੜ੍ਹ ਕੇ ਖੁਸ਼ ਹੋਣਾ ਵੀ ਇੰਨੀਆਂ ਮੈਨੂੰ ਧਾਰਮਿਕ ਕਿਤਾਬਾਂ ਯਾਦ ਹੋ ਗਈਆਂ, ਅਤੇ ਬੇਖਬਰ, ਤੂੰ ਰੱਬ ਵੱਲੋਂ ਤੇ ਬੇਖਬਰ ਹੈ, ਤੈਨੂੰ ਤੇ ਅਸਲ ਦੇ ਵਿੱਚ ਪਤਾ ਹੀ ਨਹੀਂ ਰੱਬ ਕਿੱਥੇ ਰਹਿੰਦਾ ਹੈ। ਬਾਦ ਵਿਖਾਏ, ਫਿਰ ਝਗੜੇ ਖੜੇ ਕਰ ਦਿੰਦਾ ਵੀ ਇਹ ਸ਼ਲੋਕ ਦੇ ਵਿੱਚ ਫਲਾਣੇ 'ਚ ਇਹ ਲਿਖਿਆ, ਅਤੇ ਬੰਦਾ ਕਹਿੰਦਾ ਆਇਤਾਂ ਦੇ ਵਿੱਚ ਇਹ ਲਿਖਿਆ ਹੋਇਆ, ਇਹ ਜਿਹੜਾ ਜ਼ਿਕਰ ਕੀਤਾ ਹੋਇਆ। ਵੇਖੋ, ਇਹ ਅਸਲ ਦੇ ਵਿੱਚ ਗੱਲਾਂ ਨੂੰ ਵਧਾ ਚੜਾ ਕੇ ਜਾਦੂਈ ਵਰਡਸ ਦੇ ਰਾਹੀਂ ਲੋਕਾਂ ਨੂੰ ਮੋਹ ਦਾ ਜਾਲ ਹੈ ਵਸਾਇਆ ਹੋਇਆ। ਜੇ ਕਿਧਰੇ ਬਾਬਾ ਕਬੀਰ ਜੀ ਦਾ ਸ਼ਲੋਕ ਤੁਸੀਂ ਸ਼ਬਦ ਪੜ੍ਹੋ, ਉਹ ਕਹਿੰਦੇ ਨੇ ਬੇਖਬਰ ਬਾਦ ਵਿਕਾਹੇ। ਅਤੇ ਜਿਹੜਾ ਮੇਰਾ ਰੱਬ ਹੈ, ਉਹ ਕਿਉਂ ਇਹ ਗੱਲ ਕਹਿ ਰਹੇ ਨੇ ਵੀ ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਵੀ ਤੂੰ ਝੂਠ ਪੜ੍ਹ ਪੜ੍ਹ ਕੇ ਖੁਸ਼ ਹੋ ਜਾਂਦਾ ਧਾਰਮਿਕ ਪੁਸਤਕਾਂ 'ਚੋਂ, ਔਰ ਧਾਰਮਿਕ ਪੁਸਤਕਾਂ ਨੂੰ ਇਹ ਗੱਲ ਕਹਿ ਰਹੇ ਨੇ। ਉਹ ਫਿਰ ਕਹਿੰਦੇ ਨੇ ਅਸਲ ਦੇ ਵਿੱਚ ਹੱਕ ਸੱਚ ਖਾਲਕ ਖਲਕ ਮਿਆਨੇ, ਵੀ ਉਹ ਜਿਹੜਾ ਰੱਬ ਹੈ ਨਾ, ਹੱਕ ਸੱਚ ਹੈ, ਖਾਲਕ, ਉਹ ਤੇ ਸਾਰੀ ਮਨੁੱਖਤਾ ਦੇ ਵਿੱਚ ਵੱਸਦਾ। ਸ਼ਿਆਮ ਮੂਰਤ ਨਾ ਹੈ। ਸ਼ਿਆਮ ਦਾ ਮਤਲਬ ਹੈ ਕਾਲਾ, ਵੈਸੇ ਅੱਖਰੀ ਅਰਥ ਕਾਲਾ ਹੁੰਦਾ, ਕ੍ਰਿਸ਼ਨ ਕਿਹਾ ਜਾਂਦਾ। ਉਹਨੂੰ ਤੁਸੀਂ ਕਹਿੰਦੇ ਹੋ ਵੀ ਇਕੱਲੇ ਕ੍ਰਿਸ਼ਨ ਜੀ ਦੇ ਵਿੱਚ ਉਹ ਰੱਬ ਹੈ ਇਕੱਲਾ,
ਉਹ ਖਾਲਕ ਤੇ ਸਾਰੀ ਖਲਕਤ ਦੇ ਵਿੱਚ ਕੋਈ ਜਗ੍ਹਾ ਹੈ ਹੀ ਨਹੀਂ ਜਿਹੜੀ ਅਸਲ ਦੇ ਵਿੱਚ ਉਸ ਤੋਂ ਬਿਨਾਂ ਹੋਵੇ। ਤੇ ਬਾਬਾ ਕਬੀਰ ਜੀ ਕਹਿੰਦੇ ਨੇ ਸ਼ਾਮ ਮੂਰਤ ਨਾਹੀਂ, ਉਹ ਕੱਲਾ ਕ੍ਰਿਸ਼ਨ ਦੇ ਵਿੱਚ ਨਹੀਂ, ਉਹ ਸਾਰਿਆਂ ਦੇ ਵਿੱਚ ਹੈ। ਉਹ ਜਿਹੜਾ ਇੱਕ ਸਰੀਰ ਨਹੀਂ ਹੋ ਸਕਦਾ। ਇਸ ਕਰਕੇ ਇਸ ਤੋਂ ਅਗਲੀ ਗੱਲ ਉਹਨਾਂ ਨੇ ਕਿਹਾ, ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ। ਕਹਿੰਦੇ ਨੇ ਜਿਹੜਾ ਅਸਮਾਨ ਮਿਆਨੇ, ਅਸਮਾਨ ਦੇ ਵਿੱਚ ਵੇਖ ਇੱਕ ਦਰਿਆ ਲੰਘਦਾ। ਹੁਣ ਅਸੀਂ ਅਸਮਾਨ ਦੇ ਵਿੱਚ ਵੇਖੀਏ ਤਾਂ ਕੋਈ ਦਰਿਆ ਨਹੀਂ ਲੰਘ ਰਿਹਾ। ਅਸਮਾਨ ਦਾ ਇੱਥੇ ਮਤਲਬ ਹੈ ਦਿਮਾਗ ਦੇ ਵਿੱਚ, ਕਿਉਂਕਿ ਜਿਹੜਾ ਸ਼ਬਦ ਹੈ ਨਾ ਗਿਆਨ, ਆਕਾਸ਼ ਦਾ ਤੱਤ ਮੰਨਿਆ ਗਿਆ, ਤੇ ਅਸਲ ਦੇ ਵਿੱਚ ਆਕਾਸ਼ ਦੀ ਤਾਂ ਕੋਈ ਲਿਮਿਟ ਨਹੀਂ ਹੁੰਦੀ। ਇਸੇ ਤਰ੍ਹਾਂ ਰੱਬੀ ਗਿਆਨ ਦੀ ਵੀ ਕੋਈ ਲਿਮਿਟ ਨਹੀਂ ਹੁੰਦੀ, ਰੱਬ ਦੀ ਵੀ ਕੋਈ ਲਿਮਿਟ ਨਹੀਂ, ਉਹ ਵੀ ਬੇਅੰਤ ਇਨਫਿਨਿਟ ਹੈ। ਤੇ ਰੱਬ ਬਾਰੇ ਵੀ ਹਜ਼ੂਰ ਨੇ ਜ਼ਿਕਰ ਕੀਤਾ ਵੀ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਨੇਕਾਂ ਲੋਕ ਸੈਂਕੜਿਆਂ ਵਾਰੀ, ਕਰੋੜਾਂ ਵਾਰੀ ਰੱਬ ਬਾਰੇ ਕਹਿ ਚੁੱਕੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਹਿੰਦੇ ਰਹਿਣਗੇ। ਇਹਦੀ ਤੋਟ ਨਹੀਂ ਆਏਗੀ। ਬੜੀਆਂ ਵਿਆਖਿਆਵਾਂ, ਕਨਸੈਪਟ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁੰਦੇ ਰਹਿਣਗੇ। ਇਸ ਕਰਕੇ ਜਿਹੜਾ ਗਿਆਨ ਹੈ ਉਹਦੀ ਕੋਈ ਸੀਮਾ ਨਹੀਂ ਹੈ। ਤੇ ਤੂੰ ਆਪਣੇ ਅਸਮਾਨ ਮਿਆਨੇ, ਆਪਣੇ ਦਿਮਾਗ ਦੇ ਵਿੱਚ ਇੱਕ ਤੇਰਾ ਰੈਸ਼ਨੈਲਿਟੀ ਦਾ ਦਰਿਆ ਲੰਘਦਾ, ਗਿਆਨ ਦਾ ਦਰਿਆ, ਉਹਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦਾ ਉਹ ਦਰਿਆ ਲੰਘਦਾ। ਤੇ ਕਹਿੰਦੇ ਨੇ ਤੂੰ ਉਸ ਦਰਿਆ ਦੇ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ? ਕਹਿਣ ਦਾ ਮਤਲਬ ਤੂੰ ਦੂਸਰਿਆਂ ਕੋਲੋਂ ਆਈਡੀਆਜ਼ ਚੁੱਕ ਲਏ ਨੇ, ਤੂੰ ਆਪ ਰੱਬ ਦੀ ਰਿਸਰਚ ਦੇ ਵਿੱਚ ਆ ਕੇ ਉਹਦੀ ਭਗਤੀ ਕਰਕੇ ਉਹਨੂੰ ਪਹਿਚਾਨਣ ਦਾ ਯਤਨ ਕਿਉਂ ਨਹੀਂ ਕਰਦਾ? ਤੇ ਕਹਿੰਦੇ ਨੇ ਕਰਨਾ ਕਿਵੇਂ ਹੈ? ਕਰ ਫਕਰ ਦਾਇਮ ਲਾਏ ਚਸ਼ਮੇ ਜਹਾਂ ਤਹਾਂ ਮੌਜੂਦ। ਤੂੰ ਫਕਰ ਦਾ ਮਤਲਬ ਰੱਬ ਦੀ ਭਗਤੀ ਕਰ, ਤੇ ਜਿਹੜੀ ਭਗਤੀ ਦੇ ਵਿੱਚ ਉਤਰੇਗਾ ਤੇ ਚਸ਼ਮਾ ਜਿਹੜਾ ਤੈਨੂੰ ਦੇ ਦਿੱਤਾ ਨਾ ਵੀ ਖਾਸ ਮੂਰਤੀ ਦੇ ਵਿੱਚ ਰੱਬ ਵਸਦਾ, ਇਹ ਚਸ਼ਮੇ ਨੂੰ ਲਾ ਕੇ ਤੇ ਦੂਜਾ ਚਸ਼ਮਾ ਲੈ, ਜਿਹਦੇ ਨਾਲ ਤੈਨੂੰ ਜਹਾਂ ਤਹਾਂ ਮੌਜੂਦ, ਹਰ ਥਾਂ ਤੇ ਰੱਬ ਮੌਜੂਦ ਦਿਸੇਗਾ। ਜਿੱਥੇ ਜਾਏਗਾ ਰੱਬ ਨਾਲ, ਜਿਹੜੇ ਬੰਦੇ ਨਾਲ ਗੱਲ ਕਰੇਗਾ ਤੈਨੂੰ ਲੱਗੇਗਾ ਰੱਬ ਨਾਲ ਗੱਲ ਹੋ ਰਹੀ। ਅਸਲ ਦੇ ਵਿੱਚ ਅੱਲਾ ਪਾਕਮ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਮੈਂ ਸ਼ੱਕ ਤੇ ਤਾਂ ਕਰਾਂ ਜੇ ਦੂਜਾ ਹੋਵੇ, ਉਹ ਤੇ ਸਾਰਿਆਂ ਦੇ ਵਿੱਚ ਵਸਿਆ ਹੋਇਆ। ਹੁਣ ਇਹ ਸਾਰੇ ਸ਼ਬਦ ਦੇ ਵਿੱਚ ਬਾਬਾ ਕਬੀਰ ਜੀ ਜਿਸ ਰੱਬ ਦੀ ਗੱਲ ਕਰ ਰਹੇ ਨੇ, ਮੈਨੂੰ ਮਾਫ ਕਰਨਾ, ਅੱਜ ਦੇ ਸਾਧੂ ਸੰਤ ਉਸ ਪਰਿਭਾਸ਼ਾ ਨੂੰ ਫੜਨ ਤੇ ਅਪਣਾਉਣ ਤੋਂ ਅਸਮਰਥ ਨੇ, ਬਹੁਤੇ ਜਿਹੜੇ ਡੇਰੇ ਚੱਲ ਰਹੇ ਨੇ। ਇਸ ਕਰਕੇ ਜੇ ਸੰਗਤ ਕਰਨੀ ਨਾ ਇਹੋ ਜਿਹੇ ਸਾਧੂਆਂ ਦੀ ਕਰਨੀ, ਬਾਬਾ ਕਬੀਰ ਜੀ ਦੀ ਕਰਨੀ, ਗੁਰੂ ਨਾਨਕ ਸਾਹਿਬ ਜੀ ਦੀ ਕਰਨੀ, ਗੁਰੂ ਅੰਗਦ ਸਾਹਿਬ ਜੀ ਦੀ ਕਰਨੀ, ਗੁਰੂ ਅਮਰਦਾਸ ਜੀ ਦੀ ਕਰਨੀ, ਤੇ ਉਹ ਸੰਗਤ ਜਦੋਂ ਕਰਾਂਗੇ ਅਸੀਂ, ਤੇ ਸਾਨੂੰ ਗੋਪਾਲ ਜਿਹੜਾ ਧਰਤੀ ਨੂੰ ਪਾਲਣ ਵਾਲਾ ਨਾ ਰੱਬ, ਅਸਲ ਦੇ ਵਿੱਚ ਉਹਦਾ ਭਜਨ ਮਿਲੇਗਾ। ਕਹਿਣ ਦਾ ਮਤਲਬ ਰੱਬ ਦਾ ਇੱਕ ਗੁਣ ਧਰਤੀ ਨੂੰ ਪਾਲਣ ਵਾਲਾ ਹੈ। ਤੇ ਜਿਵੇਂ ਰਾਜਨੀਤੀ ਦੀ ਦੁਨੀਆ ਦੇ ਵਿੱਚ ਵਾਪਰ ਰਿਹਾ ਹੈ ਨਾ, ਵੱਧ ਤੋਂ ਵੱਧ ਨਿਊਕਲੀਅਰ ਵਾਰਫੇਅਰ ਤਿਆਰ ਕੀਤੇ ਜਾ ਰਹੇ ਨੇ, ਤੇ ਅੱਜ ਕਈ ਵਾਰੀ ਲੋਕ ਚਿੰਤਾ ਕਰਦੇ ਨੇ ਵੀ ਬੰਦੇ ਨੇ ਇੰਨੇ ਹਥਿਆਰ ਬਣਾ ਲਏ ਨੇ, ਇੱਕ ਦਿਨ ਧਰਤੀ ਡਿਸਟਰੋਏ ਹੋ ਜਾਏਗੀ। ਤੇ ਸੱਚੇ ਧਰਮ ਦੀ ਦੁਨੀਆ ਦੇ ਵਿੱਚ ਵੀ ਇੰਨਾ ਵੱਡਾ ਜਾਲ ਉਣ ਲਿਆ ਬੰਦੇ ਨੇ ਵੀ ਸੱਚਾਈ ਦੀ ਗੱਲ ਜਿਹੜੀ ਅਲੋਪ ਹੁੰਦੀ ਜਾ ਰਹੀ ਧਰਮਾਂ 'ਚ। ਲੋਕਾਂ ਨੂੰ ਵੇਖ ਕੇ ਅਸਲ ਦੇ ਵਿੱਚ ਜਿਹੜੇ ਇੱਕ ਪ੍ਰੋਡਕਟ ਸਮਝ ਕੇ ਉਹਨਾਂ ਨੂੰ ਯੂਜ਼ ਕਰ ਰਹੇ ਨੇ, ਐਕਸਪਲੋਇਟ ਕੀਤਾ ਜਾ ਰਿਹਾ ਧਰਮ ਦੇ ਨਾਂ 'ਤੇ। ਤੇ ਹਜ਼ੂਰ ਅੱਜ ਦੇ ਸ਼ਬਦ ਦੇ ਅੰਦਰ ਇਸ ਕਰਕੇ ਕਹਿ ਰਹੇ ਨੇ, ਧਰਤੀ ਨੂੰ ਜਿਹੜਾ ਪਾਲਣ ਵਾਲਾ ਸਿਸਟਮ ਹੈ ਨਾ, ਉਹ ਸਾਧੂ ਦੇ ਨਾਲ ਮਿਲੇਗਾ। ਤੇ ਜਿਹੜਾ ਡਿਸਟਰੋਏ ਕਰਨ ਵਾਲਾ ਸਾਜੋ ਸਮਾਨ ਜਿਹੜੇ ਤਿਆਰ ਕਰਦੇ ਨੇ, ਕਾਮ ਦੇ ਵਸ ਹੋ ਕੇ, ਕ੍ਰੋਧ ਦੇ ਵਸ ਹੋ ਕੇ, ਲੋਭ ਮੋਹ ਹੰਕਾਰ ਦੇ, ਉਹ ਗੋਪਾਲ ਨੂੰ ਜਪ ਨਹੀਂ ਰਹੇ। ਉਹ ਗੋਪਾਲ ਨੂੰ ਇਸ ਤਰ੍ਹਾਂ ਯੂਜ਼ ਕਰ ਰਹੇ ਨੇ ਜਿਵੇਂ ਚੂਹੇ ਨੂੰ ਫੜਨ ਦੇ ਲਈ ਕਈ ਵਾਰੀ ਪਿੰਜਰੇ ਦੇ ਵਿੱਚ ਰੋਟੀ ਲਾ ਦਿੱਤੀ ਜਾਂਦੀ ਜਾਂ ਕੁਝ ਫਰੂਟ ਰੱਖ ਦਿੱਤਾ ਜਾਂਦਾ। ਇਸੇ ਤਰ੍ਹਾਂ ਕਿਸੇ ਜਾਨਵਰ ਨੂੰ ਫਸਾਉਣ ਦੇ ਲਈ ਦਾਣੇ ਪਾ ਦਿੱਤੇ ਜਾਂਦੇ ਨੇ ਪਿੰਜਰੇ ਦੇ ਵਿੱਚ। ਸੇਮ ਧਰਮ ਦੀ ਦੁਨੀਆ ਦੇ ਵਿੱਚ ਵੀ ਰੱਬ ਦਾ ਨਾਂ ਕਈ ਵਾਰੀ ਇਸ ਢੰਗ ਦੇ ਨਾਲ ਵੀ ਯੂਜ਼ ਕੀਤਾ ਜਾਂਦਾ ਹੈ। ਹਵਸ ਕੇ ਬੰਦੇ ਵਹਾ ਕੋ ਵੇਚ ਦੇਤੇ हैं,
खुदा के घर की क्या कहिए, वो खुदा को बेच देते हैं। ਇਸ ਕਰਕੇ ਅੱਜ ਗੁਰੂ ਸਾਹਿਬ ਜੀ ਜਦੋਂ ਕਹਿ ਰਹੇ ਨੇ ਕਿ ਸ਼ਬਦ ਦੇ ਬੜੇ ਡੀਪਲੀ ਮੀਨਿੰਗ ਨੇ, ਗੁਰੂ ਸਾਹਿਬ ਜੀ ਕਹਿੰਦੇ ਨੇ ਗੋਪਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ, ਉਹ ਵਿਚਾਰਧਾਰਾ ਜਿਹਦੇ ਨਾਲ ਸਰਬਤ ਦਾ ਭਲਾ ਹੋਏਗਾ, ਉਹ ਵਿਚਾਰਧਾਰਾ ਜਿਹਦੇ ਬਾਰੇ ਹਜ਼ੂਰ ਕਹਿੰਦੇ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਉਹ ਭਜਨ ਕਰਨਾ, ਉਹ ਪ੍ਰੈਕਟੀਕਲ ਭਜਨ ਕਰਨਾ ਵੀ ਅਸੀਂ ਉਹ ਵਿਚਾਰਧਾਰਾ ਅਪਣਾਉਣੀ ਹੈ। ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਇਸ ਤੋਂ ਇਲਾਵਾ ਹੋਰ ਕਿਧਰੇ ਬੰਦਾ ਤੀਰਥਾਂ ਤੇ ਨਹਾਉਂਦਾ ਰਹੇ, ਜਪ ਤਪ ਕਰਦਾ ਰਹੇ, ਹੋਰ ਪ੍ਰੈਕਟਿਸਿਸ ਕਰਦਾ ਰਹੇ, ਮੈਡੀਟੇਸ਼ਨ ਕਰਦਾ ਰਹੇ, ਹਜ਼ੂਰ ਕਹਿੰਦੇ ਨੇ ਗੱਲ ਨਹੀਂ ਬਣੇਗੀ ਇਸ ਤਰ੍ਹਾਂ। ਇਹ ਕੇਵਲ ਇਹੀ ਯਤਨ ਹੈ ਜਿਹਦੇ ਨਾਲ ਅੰਦਰ ਦੇ ਕਲਾਂ ਕਲੇਸ਼ਾਂ ਨੂੰ ਕੱਟਿਆ ਜਾ ਸਕਦਾ ਹੈ, ਬਿਮਾਰੀਆਂ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ। ਤੇ ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਠਾਕੁਰ ਜਿਹੜਾ ਸ਼ਬਦ ਹੈ ਜਿਹਦੇ ਹੁਕਮ ਨੂੰ ਨਹੀਂ ਬਦਲਿਆ ਜਾ ਸਕਦਾ। ਹਰ ਬੰਦਾ ਨਾ, ਜਿਵੇਂ ਇੱਕ ਸਕਾਲਰ ਬੈਂਥਮ ਕਹਿੰਦਾ, ਜੇ ਪਲੇਜ਼ਰ ਸੀਕਰ ਹੈ ਤੇ ਪੇਨ ਅਵਾਇਡਰ ਹੈ ਬੰਦਾ। ਅਸਲ ਦੇ ਵਿੱਚ ਬੰਦੇ ਦੇ ਅੰਦਰ ਅਵਾਇਡੈਂਸ ਹੈ, ਬੰਦਾ ਵੱਧ ਤੋਂ ਵੱਧ ਚਾਹੁੰਦਾ ਵੀ ਕੋਈ ਵੀ ਦਰਦ ਮੇਰੀ ਜ਼ਿੰਦਗੀ 'ਚ ਨਾ ਆਵੇ। ਤੁਸੀਂ ਵੇਖੋ ਸਭ ਤੋਂ ਜ਼ਿਆਦਾ ਬੰਦਾ ਦਰਦਾਂ ਤੋਂ ਪਹਿਲਾਂ ਤਾਂ ਸਾਡੀਆਂ ਗੁਰਦੁਆਰੇ ਵੀ ਤੁਸੀਂ ਵੇਖੋ ਨਾ, ਜਦੋਂ ਬੱਚਾ ਹੁੰਦਾ ਉਹਦੀਆਂ ਹੋਰ ਅਰਦਾਸਾਂ ਹੁੰਦੀਆਂ, ਜਵਾਨ ਹੁੰਦਾ ਹੋਰ ਅਰਦਾਸਾਂ ਹੁੰਦਾ। ਜਦੋਂ 60-70 ਸਾਲ ਦਾ ਹੋ ਜਾਏ ਨਾ ਤੇ ਸਰੀਰ ਦਰਦ ਕਰਨ ਲੱਗ ਪਏ ਤੇ ਫਿਰ ਬੰਦਾ ਹੋਰ ਅਰਦਾਸਾਂ ਛੱਡ ਕੇ ਨਾ ਬੰਦਾ ਇਹੀ ਕਹਿੰਦਾ ਵੀ ਚਲੋ ਘੱਟੋ ਘੱਟ ਰੱਬਾ ਮੇਰਾ ਸਰੀਰ ਨਾ ਦਰਦ ਕਰੇ, ਗੋਡੇ ਗੁੱਡੇ ਚੱਲਦੇ ਰਹਿਣ। ਤੇ ਬੰਦਾ ਦਰਦਾਂ ਨੂੰ ਜਲਦੀ ਤੋਂ ਜਲਦੀ ਆਪਣੇ ਜੀਵਨ 'ਚੋਂ ਖਤਮ ਕਰਨਾ ਚਾਹੁੰਦਾ, ਪੇਨ ਨੂੰ ਖਾਸ ਕਰਕੇ। ਤੇ ਗੁਰੂ ਸਾਹਿਬ ਜੀ ਅੱਜ ਜ਼ਿਕਰ ਕਰ ਰਹੇ ਨੇ ਵੀ ਰੱਬ ਹਰ ਤਰ੍ਹਾਂ ਦੀ ਦਰਦ, ਭਾਵੇਂ ਉਹ ਸਾਡੇ ਸਰੀਰ ਦੀ ਪੇਨ ਹੈ, ਉਹਨੂੰ ਵੀ ਸਹਿਣ ਦਾ ਬਲ ਪੈਦਾ ਕਰਦਾ। ਤੇ ਜੇ ਸਾਡੀ ਮਾਨਸਿਕ ਹੈ, ਉਹ ਵੀ ਦਰਦ ਜਿਹੜੇ ਨਿਵਾਰਨ ਦੀ ਸਮਰੱਥਾ ਉਸ ਅਕਾਲ ਪੁਰਖ ਵਾਹਿਗੁਰੂ ਹੈ। ਤੇ ਇੱਥੇ ਦਰਦ ਕਿਹੜਾ? ਦੀਨਤਾ ਦਾ। ਦੀਨ ਦਾ ਮਤਲਬ ਹੈ ਕੰਗਾਲੀ। ਵੈਸੇ ਬਾਹਰੋਂ ਇੱਥੇ ਸਾਡੇ ਕੋਲ ਬਹੁਤ ਪੈਸਾ ਹੈ, ਕੰਗਾਲੀ ਇਹ ਵੀ ਜਦੋਂ ਅਸੀਂ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਸਮਝਦੇ ਹਾਂ, ਦੂਜੇ ਨੂੰ ਨੀਵਾਂ ਦਸਾਉਂਦੇ ਹਾਂ। ਸਾਡੇ ਕੋਲ ਜੇ ਕੋਈ ਦੂਜਾ ਬੰਦਾ ਆ ਕੇ ਆਪਣੇ ਆਪ ਨੂੰ ਨੀਵਾਂ ਫੀਲ ਕਰਨ ਲੱਗ ਪੈਂਦਾ, ਉਹਦੀ ਸੈਲਫ ਅਸਟੀਮ ਜਿਹੜੀ ਲੋਅ ਹੋ ਜਾਂਦੀ ਹੈ, ਅਸੀਂ ਉਹਨੂੰ ਇਨਫੀਰੀਟੀ ਕੰਪਲੈਕਸ ਦੇ ਦਿੰਦੇ ਹਾਂ। ਇਹਦਾ ਮਤਲਬ ਅਸੀਂ ਬੜੇ ਗਰੀਬ ਹਾਂ। ਇਸੇ ਕਰਕੇ ਜਦੋਂ ਅਸੀਂ ਝੂਠ ਬੋਲ ਕੇ ਲੁੱਟਨੇ ਹਾਂ ਦੂਜੇ ਨੂੰ, ਉਦੋਂ ਵੀ ਗਰੀਬ ਹਾਂ। ਇਸ ਕਰਕੇ ਅਸੀਂ ਜਦੋਂ ਬੰਦੇ ਨੂੰ ਬੰਦਾ ਨਫ਼ਰਤ ਕਰਦਾ, ਇਹ ਜਿਹੜੀ ਗਰੀਬੀ ਸਾਡੇ ਜੀਵਨ ਦੇ ਵਿੱਚ ਆ ਗਈ, ਔਗਣਾਂ ਦੀ ਗਰੀਬੀ, ਜਿਸ ਕਰਕੇ ਸਾਡਾ ਬਿਹੇਵ ਜਿਹੜਾ ਬੜਾ ਪੂਅਰ ਕਿਸਮ ਦਾ ਹੈ, ਇਲ ਬਿਹੇਵਡ ਹੈ। ਤੇ ਇਹ ਜਿਹੜੀ ਗਰੀਬੀ ਹੈ, ਇਹ ਬੜਾ ਵੱਡਾ ਦਰਦ ਹੈ ਵੀ ਬੰਦਾ ਬੰਦੇ ਦੇ ਲਈ ਜ਼ਾਲਮ ਬਣ ਜਾਏ। ਇਹ ਦਰਦ ਨੂੰ ਅਕਾਲ ਪੁਰਖ ਵਾਹਿਗੁਰੂ ਠਾਕੁਰ ਹੀ ਨਿਵਾਰ ਸਕਦਾ ਜੇ ਰਾਖਾ ਜਨ ਕੀ ਆਪ। ਪਰ ਉਹਦਾ ਜਨ ਬਣਨਾ ਪੈਂਦਾ, ਜਨ ਦੇ ਲਈ ਡੈਡੀਕੇਸ਼ਨ ਹੈ। ਤੇ ਇਸ ਕਰਕੇ ਡਿਵੋਸ਼ਨ ਤੇ ਡੈਡੀਕੇਸ਼ਨ ਤੋਂ ਬਿਨਾਂ ਗੱਲ ਨਹੀਂ ਬਣਦੀ। ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਵਿਆਪ। ਹਜ਼ੂਰ ਕਹਿੰਦੇ ਨੇ ਸੰਸਾਰ ਜਿਹੜਾ ਸਾਗਰ ਹੈ ਨਾ, ਇਹ ਅੰਦਰ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸਾਗਰ ਹੈ। ਸਿਚੁਏਸ਼ਨ ਸਾਡੇ ਸਾਹਮਣੇ ਪੈਦਾ ਹੁੰਦੀਆਂ, ਅਗਿਆਨਤਾ ਦਾ ਸਾਗਰ ਹੈ। ਇਹ ਸਾਰਾ ਸਮੁੰਦਰ ਤਰਿਆ ਜਾ ਸਕਦਾ ਗੁਰੂ ਰੱਬ ਦੇ ਨਾਲ, ਰੱਬ ਦੀ ਭਗਤੀ ਕਰਕੇ। ਦੁੱਖ ਨਾ ਸਕੈ ਵਿਆਪ। ਰੱਬ ਦੇ ਭਗਤ ਨੂੰ ਕਦੇ ਵੀ ਦੁੱਖ ਵਿਆਪ ਨਹੀਂ ਸਕਦਾ। ਦੁੱਖ ਆਮ ਬੰਦੇ ਨੂੰ ਸੁੱਖ ਦਿੱਤੇ ਜਾ ਸਕਦੇ ਨੇ, ਪਰ ਸੁਖੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਬੰਦਾ ਚਿੰਤਤ ਹੀ ਦਿਸੈ ਸਭ ਕੋਈ। ਭਗਤ ਨੂੰ ਲੋਕ ਦੁੱਖ ਦਿੰਦੇ ਨੇ, ਪਰ ਦੁਖੀ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ। ਇਸ ਕਰਕੇ ਹਜ਼ੂਰ ਕਹਿੰਦੇ ਨੇ ਆਦ ਅੰਤ ਦਿਆਲ ਪੂਰਨ। ਉਹ ਦਇਆ ਦਾ ਘਰ ਹੈ, ਪੂਰਾ ਹੈ, ਉਹਦਾ ਪਰਫੈਕਟ ਹੈ। ਉਹਦੀ ਕੋਈ ਵੀ ਗੱਲ ਅਧੂਰੀ ਨਹੀਂ ਵੀ ਉਹਦੇ ਕੋਲੋਂ ਫਲਾਣੀ ਡਿਮਾਂਡ ਸਾਡੀ ਪੂਰੀ ਨਹੀਂ ਹੋ ਸਕਦੀ। ਤੇ ਆਦ ਤੋਂ ਲੈ ਕੇ ਅੰਤ ਤੱਕ ਸਾਨੂੰ ਬਖਸ਼ਿਸ਼ ਕਰਨ ਵਾਲਾ ਹੈ। ਤਿਸ ਬਿਨ ਨਹੀਂ ਕੋਈ, ਉਸ ਤੋਂ ਬਿਨਾਂ ਉਹਦੇ ਬਰਾਬਰ ਦੀ ਕੋਈ ਹਸਤੀ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ ਹਰ ਸਿਮਰ ਸੁਆਮੀ ਸੋਏ। ਗੁਰੂ ਸਾਹਿਬ ਜੀ ਕਹਿੰਦੇ ਨੇ ਜਨਮ ਮਰਨ ਨੂੰ ਜੇ ਨਿਵਾਰਨਾ ਹੈ, ਜਿਹੜਾ ਪਲ ਪਲ ਹੀ ਸਾਡਾ ਹੋ ਰਿਹਾ, ਉਹਦੇ ਲਈ ਸਾਨੂੰ ਅਕਾਲ ਪੁਰਖ ਦਾ ਸਿਮਰਨ ਕਰਨਾ ਪਏਗਾ। ਉਹੀ ਸਾਡਾ ਮਾਲਕ ਹੈ। ਉਸ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ ਅਸਲ ਦੇ ਵਿੱਚ ਜਨਮ ਮਰਨ ਨੂੰ ਨਿਵਾਰਿਆ ਨਹੀਂ ਜਾ ਸਕਦਾ।
वेद सिमरत कथें शास्त्र भगत करें विचार। ਇੱਥੇ ਗੁਰੂ ਸਾਹਿਬ ਜੀ ਨੇ ਜਿਵੇਂ ਬਾਬਾ ਕਬੀਰ ਜੀ ਦਾ ਤੇ ਅਸੀਂ ਸ਼ਬਦ ਹੁਣੇ ਸਰਵਨ ਕੀਤਾ, ਵੇਦ ਕਤੇਬ ਇਫਤਰਾ ਭਾਈ, ਵੀ ਇਹ ਵਧਾ ਚੜਾ ਕੇ ਗੱਲਾਂ ਝੂਠ ਬੋਲੀਆਂ ਗਈਆਂ, ਦਰੋਗ ਪੜ ਪੜ ਖੁਸ਼ੀ ਹੋਏ। ਦੋ ਸ਼ਬਦ ਅਸੀਂ ਉਹਨਾਂ ਦੀ ਜਿਹੜੀ ਇੱਕ ਸ਼ਬਦ ਦੇ ਵਿੱਚੋਂ ਦੋ ਪੰਕਤੀਆਂ ਸਮਝਣ ਦਾ ਯਤਨ ਕੀਤਾ। ਇੱਥੇ ਬਾਬਾ ਜੀ ਕਹਿ ਰਹੇ ਨੇ ਵੀ ਵੇਦਾਂ ਸਿਮਰਤੀਆਂ ਸ਼ਾਸਤਰ ਤੇ ਭਗਤ ਇੱਕ ਗੱਲ ਦੀ ਵਿਚਾਰ ਕਰਦੇ ਨੇ। ਉਹ ਵਿਚਾਰ ਇਹ ਵੇ ਮੁਕਤ ਪਾਈਆ ਸਾਧ ਸੰਗਤ। ਇਹ ਗੱਲ ਕਾਮਨ ਸਾਰੇ ਕਹਿੰਦੇ ਨੇ ਵੀ ਸੰਗਤ ਨਾਲ ਪਾਰ ਉਤਾਰਾ ਹੋਏਗਾ। ਇੱਥੇ ਕਿਸੇ ਦੀ ਗੱਲ ਝੂਠ ਨਹੀਂ। ਕਈ ਵਾਰੀ ਨਾ ਆਮ ਬੰਦਾ ਵੀ ਹੁੰਦਾ, ਉਹ ਵੀ ਸੱਚ ਬੋਲਦਾ। ਤੇ ਇੱਥੇ ਹਜ਼ੂਰ ਕਹਿੰਦੇ ਨੇ ਹਨੇਰਾ ਸੰਗਤ ਦੇ ਨਾਲ ਬਿਨਸਣਾ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਤੇਰੇ ਸੇਵਕ ਦਾ ਆਸਰਾ ਬੇਸ ਆਫ ਲਾਈਫ ਜਿਹੜਾ ਹੈ ਨਾ, ਉਹ ਤੇਰੇ ਚਰਨ ਕਮਲ ਨੇ। ਤੇ ਤੇਰੀ ਨਾਮ ਦੀ ਪੂੰਜੀ ਨੂੰ, ਤੇਰੀ ਬੰਦਗੀ ਨੂੰ ਹੀ ਅਸਲ ਦੇ ਵਿੱਚ ਭਗਤ ਆਪਣੀ ਰਾਸ, ਆਪਣੀ ਦੌਲਤ, ਵੈਲਥ ਸਮਝਦਾ ਹੈ। ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਤੇ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਮੇਰਾ ਤਾਣ ਹੈ, ਤਾਕਤ ਹੈ, ਤੂੰ ਹੀ ਮੇਰਾ ਮਾਣ ਹੈ। ਦੀਵਾਨ ਦਾ ਮਤਲਬ ਅਸਲ ਦੇ ਵਿੱਚ ਦੁਨੀਆ ਦੇ ਕਚਹਿਰੀ 'ਚ ਭਾਵੇਂ ਮੈਂ ਝੂਠਾ ਹੋਵਾਂ ਸੱਚਾ ਹੋਵਾਂ, ਇਹਦੀ ਕੋਈ ਵੈਲਿਊ ਨਹੀਂ ਹੈ। ਰੱਬ ਦੀ ਕਚਹਿਰੀ ਦੇ ਵਿੱਚ ਸੱਚਾ ਹੋਣਾ ਬੜਾ ਜ਼ਰੂਰੀ ਹੈ। ਇਸ ਕਰਕੇ ਤੂੰ ਹੀ ਮੇਰਾ ਦੀਵਾਨ ਹੈ, ਤੂੰ ਹੀ ਮੇਰਾ ਕੋਰਟ ਹੈ। ਸਾਚਾ ਨਾਨਕ ਕੀ ਪ੍ਰਭ ਟੇਕ, ਨਾਨਕ ਦੀ ਕੇਵਲ ਤੂੰ ਹੀ ਟੇਕ ਹੈ। ਇਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਦੇ ਇਸ ਸਮੁੱਚੇ ਸ਼ਬਦ ਦੇ ਵਿੱਚ ਸਾਨੂੰ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਸੱਚੇ ਸਾਧੂਆਂ ਦੀ ਸੰਗਤ ਦੇ ਵਿੱਚ ਬਹਿ ਕੇ, ਉਹ ਸੱਚੇ ਸਾਧੂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਆਓ ਆਪਾਂ ਆਪਣੇ ਜੀਵਨ ਦੇ ਵਿੱਚ ਪ੍ਰਣ ਕਰੀਏ ਵੀ ਘੱਟੋ ਘੱਟ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ, ਹਾਲਾਂਕਿ ਮਾਇਆ ਦੇ ਲਈ ਤੇ ਆਪਾਂ ਬਹੁਤ ਉਪਾਅ ਕਰਨੇ, ਆਹਰ ਸਭ ਕਰਦਾ ਫਿਰ, ਵੀ ਘੱਟੋ ਘੱਟ 5 ਤੋਂ 10 ਮਿੰਟ ਕੱਢ ਕੇ ਨਾ ਆਪ ਤੁਸੀਂ ਨਿਤਨੇਮ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਕਥਾ ਕੀਰਤਨ ਸੁਣਨੀ, ਉਹ ਵੱਖਰੀ ਗੱਲ। ਇਸ ਤੋਂ ਇਲਾਵਾ ਆਪ ਗੁਰੂ ਗ੍ਰੰਥ ਸਾਹਿਬ ਨਾਲ ਬੈਠਣ ਦਾ ਯਤਨ ਕਰੀਏ। ਵੀ 5 ਮਿੰਟ ਲੱਗਦੇ ਨੇ ਇੱਕ ਸ਼ਬਦ ਪੜ੍ਹੀਏ ਤੇ 5-7 ਮਿੰਟ ਦੇ ਵਿੱਚ ਉਹਦੇ ਅਰਥ ਆਪ ਪੜ੍ਹ ਕੇ ਜਿਹੜਾ ਉਹਨੂੰ ਬਾਣੀ ਨੂੰ ਆਪ ਇੰਜੋਏ ਕਰਨ ਦਾ ਯਤਨ ਕਰੀਏ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਵਿਚਾਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ। ਤੇ ਸੰਗਤ ਨੂੰ ਬੇਨਤੀ ਹੈ ਕਿ 6 ਜਨਵਰੀ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਬਲਜੀਤ ਸਿੰਘ ਜੀ ਹੰਸਰਾ, ਉਹਨਾਂ ਕੋਲ ਤੁਸੀਂ ਨਾਂ ਲਿਖਾ ਸਕਦੇ ਹੋ। ਤੇ ਇੱਥੇ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਵੀ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣੇ ਆਈਆਂ, ਸ਼ਬਦੋ ਤਾ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਲੈ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ। ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਬਾਜੀ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ। ਕਲਾ ਜਿਤ ਘਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੁਜਨ ਕੁਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਬ੍ਰਹਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਤਤ ਮਹਾਦੇਵ। ਸਰਾਜ ਦੋਇ ਦਾਈ ਦਾਇਆ, ਖੇਲੇ ਸਗਲ ਜਗਤ।
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਧੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।